ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਪੁਰਸ਼ੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ। ਘਰ ਘਰ ਬਾਬਾ ਗਾਵੀਐ, ਵਜਨ ਤਾਲ ਮਿਰਦੰਗਰ ਬਾਬਾ। ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ। ਘਰ ਘਰ ਬਾਬਾ ਗਾਵੀਐ, ਵਜਨ ਤਾਲ ਮਿਰਦੰਗਰ ਬਾਬਾ। ਭਗਤ ਵਛਲ ਹੋਏ ਆਇਆ, ਪਤਿਤ ਉਦਾਹਰਣ ਅਜਬ ਅਜਾਬਾ। ਚਾਰ ਵਰਨ ਇੱਕ ਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ। ਚੰਦਨ ਵਾਸ ਵਣਾਸ ਪਤ, ਅਵਲ ਦੋਮ ਨਾਸੇਮ ਖਰਾਬਾ। ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਕੀ ਕਰੈ ਜਵਾਬਾ। ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ, ਦੀਨ ਦੁਨੀਆ ਦੇ ਮਾਲਕ, ਛਤਰ ਚਵਰ ਤਖਤ ਦੇ ਮਾਲਕ, ਸਮਰੱਥ ਗੁਰੂ, ਲੋਕ ਪਰਲੋਕ ਦੇ ਸਹਾਇਕ, ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਭਾਏਮਾਨ ਸਤਿਕਾਰਯੋਗ ਸਾਧ ਸੰਗਤ ਜੀਓ। ਹਜ਼ੂਰ ਨੇ ਤਰਸ ਕੀਤਾ ਹੈ, ਆਪਣੇ ਚਰਨਾਂ ਵਿੱਚ ਬਹਿਣ ਲਈ ਥਾਂ ਦਿੱਤੀ। ਇੱਕ ਬਖਸ਼ਿਸ਼ ਇਹ ਗੁਰੂ ਨੇ ਕਰ ਦਿੱਤੀ ਹੈ। ਹੁਣ ਕੁਝ ਕੰਮ ਸਿੱਖ ਦਾ ਵੀ ਹੈ ਕਿ ਉਹ ਗੁਰੂ ਕੇ ਦਰਬਾਰ ਵਿੱਚ ਬੈਠਦਾ ਕਿਵੇਂ ਹੈ, ਉਹਦੇ ਬਹਿਣ ਦਾ ਤਰੀਕਾ ਕੀ। ਕਿਉਂਕਿ ਜਿਸ ਵਿਦਿਆਰਥੀ ਨੂੰ ਕਲਾਸ ਵਿੱਚ ਬਹਿਣ ਦੀ ਜਾਚ ਨਹੀਂ, ਪੜ੍ਹਨ ਦੀ ਸੰਭਾਵਨਾ ਉਹਦੇ ਤੋਂ ਨਹੀਂ ਕੀਤੀ ਜਾ ਸਕਦੀ। ਜਿਹਨੂੰ ਬੈਠਣ ਦੀ ਪਤਾ ਨਹੀਂ ਕਲਾਸ ਵਿੱਚ, ਉਹ ਪੜ੍ਹੇਗਾ ਕਿਵੇਂ। ਜਿਸ ਸਰੀਰ ਨੂੰ ਗੁਰੂ ਕੋਲ ਬਹਿ ਕੇ ਸੁਣਨ ਦੀ ਕਲਾ ਨਹੀਂ ਆਈ, ਉਹ ਗੁਰੂ ਕੋਲੋਂ ਕੀ ਲੈ ਸਕਦਾ ਹੈ। ਸਭ ਤੋਂ ਪਹਿਲਾਂ ਸਿੱਖ ਬਹਿਣਾ ਸਿੱਖਦਾ ਹੈ, ਕਿਉਂਕਿ ਇੱਥੋਂ ਕੰਮ ਸ਼ੁਰੂ ਹੋਣਾ।
ਤਿੰਨ ਚੀਜ਼ਾਂ ਸੰਗਤ ਵਿੱਚ ਆਉਂਦਿਆਂ ਭੁੱਲ ਜਾਣੀਆਂ ਚਾਹੀਦੀਆਂ ਨੇ। ਸਮਾਂ, ਟਾਈਮ ਕੀ ਹੋਇਆ ਹੈ, ਸਥਾਨ, ਥਾਂ ਕਿਹੜਾ ਹੈ, ਸਰੀਰ, ਮੈਂ ਕੌਣ ਹਾਂ। ਤਿੰਨ ਚੀਜ਼ਾਂ ਜਦੋਂ ਅੰਦਰੋਂ ਮਨ ਵਿੱਚੋਂ ਨਿਕਲਣਗੀਆਂ ਉਹ ਸਤਸੰਗੀ ਬਣਿਆ, ਦੂਜਾ ਸਤਸੰਗੀ ਨਹੀਂ। ਸਮਾਂ, ਸਥਾਨ ਤੇ ਸਰੀਰ। ਟਾਈਮ ਵਿੱਚੋਂ, ਕਿਉਂਕਿ ਕਾਲ ਦੁੱਖ ਹੈ, ਕਾਲ ਦਾ ਮਤਲਬ ਸਮਾਂ ਹੈ। ਜਦੋਂ ਵੀ ਬੰਦਾ ਸੁਖੀ ਹੁੰਦਾ ਸਭ ਤੋਂ ਪਹਿਲਾਂ ਉਹਨੂੰ ਸਮਾਂ ਭੁੱਲਦਾ। ਸੁੱਖ ਵਿੱਚ, ਦੁੱਖ ਵਿੱਚ ਸਮਾਂ ਨਹੀਂ ਭੁੱਲਦਾ। ਦੁੱਖ ਵਿੱਚ ਤਾਂ ਸੈਕਿੰਡ ਦੀ ਸੂਈ ਘੰਟੇ ਦੀ ਬਣ ਜਾਂਦੀ ਹੈ। ਪਰ ਜਦੋਂ ਕੋਈ ਸੁੱਖ ਮਿਲਦਾ, ਜਦੋਂ ਕੋਈ ਆਨੰਦ ਮਿਲਦਾ, ਕਹਿੰਦਾ ਪਤਾ ਹੀ ਨਹੀਂ ਲੱਗਾ, ਸਾਰਾ ਦਿਨ ਨਿਕਲ ਗਿਆ। ਗੁਰੂ ਦੀ ਹਜ਼ੂਰੀ ਵਿੱਚ ਸਿੱਖ ਵਾਰ-ਵਾਰ ਟਾਈਮ ਵੇਖੀ ਜਾਂਦਾ, ਇਹਦਾ ਮਤਲਬ ਸੁਖੀ ਹੈ ਨਹੀਂ ਇਹ। ਦੂਜਾ ਹੈ ਸਰੀਰ, ਮੈਂ ਕੌਣ ਹਾਂ ਜਾਂ ਹੋਰ ਕੌਣ ਆ ਰਿਹਾ, ਇਹ ਵੀ ਮਨ ਨੂੰ ਅੱਗੇ ਪਿੱਛੇ ਤੋਰਦਾ ਹੈ। ਤਿੰਨ ਸਮੇਂ ਨੇ, ਜੋ ਲੰਘ ਚੁੱਕਾ ਹੈ ਉਹਨੂੰ ਕਹਿੰਦੇ ਨੇ ਪਾਸਟ, ਗੁਜ਼ਰਿਆ ਹੋਇਆ। ਕੱਲ ਜੋ ਲੰਘ ਚੁੱਕੀ ਹੈ। ਇੱਕ ਕੱਲ ਜੋ ਆਉਣ ਵਾਲੀ ਹੈ, ਭਵਿੱਖ ਜਿਸ ਨੂੰ ਕਹਿੰਦੇ ਨੇ, ਤੇ ਇੱਕ ਵਰਤਮਾਨ ਜਿੱਥੇ ਹੁਣ ਬੈਠੇ ਇਸ ਵਕਤ। ਇਹ ਤਿੰਨ ਸਮੇਂ ਨੇ। ਜੇ ਗੁਰੂ ਦੀ ਗੱਲ ਸੁਣਨੀ ਹੋਵੇ ਤੇ ਲੰਘੇ ਟਾਈਮ ਨੂੰ ਵੀ ਛੱਡਣਾ ਪਏਗਾ ਤੇ ਆਉਣ ਵਾਲੇ ਨੂੰ ਇਸ ਵਕਤ ਵਿੱਚ ਖਲੋਣਾ ਪਏਗਾ ਸਾਹਮਣੇ, ਫਿਰ ਸਿੱਖ ਸਰੋਤਾ ਬਣਦਾ ਹੈ। ਬਿਲਕੁਲ ਸੂਈ ਦੇ ਨੱਕੇ ਦੇ ਉੱਤੇ ਖਲੋ ਜਾਣਾ, ਨਾ ਪਿਛਲਾ ਚੇਤੇ ਰਹਿਣਾ ਤੇ ਨਾ ਕੱਲ ਦੀ ਚਿੰਤਾ। ਇਹ ਤਿੰਨ ਸਮੇਂ ਨੇ। ਲੰਘੇ ਹੋਏ ਵਿੱਚ ਆਮ ਤੌਰ ਤੇ ਆਪ ਤੁਸੀਂ ਵੇਖਣਾ, ਸਾਡਾ ਜੀਵਨ ਜਾਂ ਲੰਘੇ ਸਮੇਂ ਵਿੱਚ ਰਹਿੰਦਾ ਸਾਡਾ ਮਨ, ਤੇ ਜਾਂ ਆਉਣ ਵਾਲੇ ਸਮੇਂ ਵਿੱਚ। ਦੋ ਚੀਜ਼ਾਂ ਦੀ ਅਸੀਂ ਰੋਜ਼ ਅਰਦਾਸ ਕਰਨੇ ਆ, ਇੱਕ ਚਿੰਤਾ ਨਾ ਲੱਗੇ, ਇੱਕ ਪਛਤਾਵਾ ਨਾ ਹੋਵੇ। ਤੇ ਦੋਵਾਂ ਦਾ ਸੰਬੰਧ ਦੋਵਾਂ ਸਮਿਆਂ ਨਾਲ ਹੈ। ਪਛਤਾਵਾ ਕਾਹਦਾ? ਜੋ ਸਮਾਂ ਲੰਘ ਚੁੱਕਾ ਹੈ, ਬਈ ਠੀਕ ਨਹੀਂ ਲੰਘਿਆ, ਉਹਦਾ ਪਛਤਾਵਾ ਉਹਦੇ ਨਾਲ ਸੰਬੰਧ ਰੱਖਦਾ। ਪਛਤਾਵਾ ਹੋਏਗਾ ਹੀ ਤਾਂ ਜੇ ਬੰਦਾ ਪਿੱਛੇ ਜ਼ਿਆਦਾ ਸੋਚਦਾ, ਪਿੱਛੇ ਰਹੇ। ਜੋ ਕੱਲ ਲੰਘਿਆ, ਪਰਸੋਂ, ਚੌਥੇ ਪਿੱਛੇ ਨਿਕਲ ਗਿਆ ਟਾਈਮ, ਉਹਦੇ ਵਿੱਚ ਤਾਂ ਹੈ ਪਛਤਾਵਾ। ਤੇ ਪਛਤਾਵਾ ਜਿਹੜਾ ਹੈ ਉਹ ਸਾਡੇ ਮਨ ਦੀ, ਜਾਂ ਮੈਂ ਬਹੁਤੇ ਮਹਿੰਗੇ ਸ਼ਬਦ ਨਹੀਂ ਵਰਤਾਂਗਾ, ਸੁਰਤ ਦੀ ਤਾਕਤ ਨੂੰ ਬੇਰਸ ਕਰ ਦਿੰਦਾ। ਅੱਜ ਕੱਲ੍ਹ ਦੇ ਆਮ ਹੀ ਇਹ ਗੁਰਸਿੱਖਾਂ ਦੇ ਵੀ ਵਿੱਚ ਸਵਾਲ ਨੇ ਕਿ ਮੈਨੂੰ ਆਨੰਦ ਨਹੀਂ ਆਉਂਦਾ ਬਾਣੀ ਵਿੱਚੋਂ। ਉਹਦਾ ਕਾਰਨ ਹੈ ਵੀ ਜਿਹੜੀ ਚੀਜ਼ ਨੇ ਆਨੰਦ ਪੈਦਾ ਕਰਨਾ ਉਹ ਤਾਕਤ ਲਾ ਲਾ ਕੇ ਥੱਕ ਚੁੱਕੀ, ਬਹੁਤ ਪਿੱਛੇ ਰਹਿੰਦੀ ਸੁਰਤ, ਪਿੱਛੇ ਲੰਘੇ ਹੋਏ ਸਮੇਂ ਵਿੱਚ ਉਹਦੇ ਬਾਰੇ ਪਛਤਾਉਂਦੀ ਰਹਿੰਦੀ ਹੈ। ਉੱਥੇ ਉਹਦਾ ਜ਼ੋਰ ਲੱਗ ਜਾਂਦਾ ਤੇ ਉਹ ਕਮਜ਼ੋਰ ਪੈ ਜਾਂਦੀ ਹੈ। ਲੰਘੇ ਹੋਏ ਸਮੇਂ ਵਿੱਚ ਧਿਆਨ ਚਲਾ ਗਿਆ। ਇਹਨੂੰ ਕਹਿੰਦੇ ਮਨ ਸੌਂ ਗਿਆ। ਹੋਰ ਮਨ ਕੋਈ ਸੌਂਦਾ ਨਹੀਂ, ਨਾ ਮਨ ਦੀਆਂ ਅੱਖਾਂ ਨੇ, ਨਾ ਇਹਦਾ ਕੋਈ ਸਰੀਰ ਹੈ। ਗੁਰੂ ਸਾਹਿਬ ਕਹਿੰਦੇ ਜਾਗ ਉੱਠ, ਜਾਗ ਕੇ ਰਹੋ। ਜਾਗ ਲਿਹੋ ਰੇ ਮਨਾ, ਜਾਗ ਲਿਹੋ। ਪੁੱਛੀਏ ਜੀ ਮਹਾਰਾਜ ਜਾਗੀ ਦਾ ਕਿਵੇਂ? ਜਾਗੇ ਤੇ ਹੋਈਆਂ, ਬੈਠੇ ਆ ਤੁਹਾਡੇ ਸਾਹਮਣੇ ਤਾਂ ਹੀ। ਜੇ ਸੁੱਤੇ ਹੁੰਦੇ ਬਹਿੰਦੇ ਕਿਉਂ? ਹਜ਼ੂਰ ਕਹਿੰਦੇ ਇਹ ਤਾਂ ਤੇਰਾ ਸਰੀਰ ਜਾਗਿਆ, ਅਜੇ ਮਨ ਨਹੀਂ ਜਾਗਿਆ। ਮਨ ਕਿਵੇਂ ਸੌਂਦਾ ਹੈ? ਕਹਿਣ ਲੱਗੇ ਜਦੋਂ ਪਿੱਛੇ ਚਲਾ ਜਾਂਦਾ, ਕੱਲ ਕੀ ਹੋਇਆ ਸੀ, ਪਰਸੋਂ ਕੀ, ਚੌਥੇ ਉਹਨੇ ਮੈਨੂੰ ਇਹ ਕਿਹਾ ਸੀ, ਇਹ ਕਿਹਾ ਸੀ, ਮਨ ਸੌਂ ਗਿਆ। ਇੱਥੋਂ ਗੈਰ ਹਾਜ਼ਰ ਹੋ ਗਿਆ। ਹਾਜ਼ਰ ਗੈਰ ਹਾਜ਼ਰ, ਸਰੀਰ ਹਾਜ਼ਰ ਹੈ, ਮਨ ਗੈਰ ਹਾਜ਼ਰ ਹੈ, ਨਿਕਲ ਗਿਆ ਵਿੱਚੋਂ। ਬੜਾ ਔਖਾ ਹੈ। ਜਿਹੜੀਆਂ ਗੱਲਾਂ ਮੈਂ ਆਪ ਜੀ ਨਾਲ ਸਾਂਝੀਆਂ ਕਰ ਰਿਹਾ, ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖਿਆ ਹੋਇਆ ਜੇ, ਜੋ ਕੁਝ ਤੁਸੀਂ ਕੰਨ ਨਾਲ ਸੁਣਦੇ ਹੋ ਨਹੀਂ ਲਿਖਿਆ ਹੋਇਆ। ਉਹ ਵਿਸ਼ੇ ਬਣੇ ਬਣਾਏ ਮੇਰੇ ਕੋਲ ਵੀ ਹਨ, ਮੈਂ ਝਾੜ ਦਿਆਂਗਾ ਤੁਹਾਡੇ ਤੇ 1 ਘੰਟੇ ਵਿੱਚ। ਉਹ ਸ਼ੇਰਬਾਜ਼ੀ, ਉਹ ਸਾਰਾ ਕੁਝ। ਪਰ ਉਹ ਚੀਜ਼ ਸਾਨੂੰ ਕੋਈ ਕਲਾ ਨਹੀਂ ਸਿਖਾ ਰਹੀ। ਗੁਰੂ ਗ੍ਰੰਥ ਸਾਹਿਬ ਜੋ ਸਿਖਾਉਣਾ ਚਾਹੁੰਦੇ ਉਹ ਗੱਲ ਹੋਰ ਸੀ। ਇਸ ਕਰਕੇ ਸਾਡੇ ਜੀਵਨ ਦੇ ਵਿੱਚ ਸਭ ਕੁਝ ਸੁੱਕਾ ਸੁੱਕਾ ਜਿਹਾ ਰਹਿ ਗਿਆ, ਸੁਣ ਸੁਣ ਕੇ ਵੀ, ਪੜ੍ਹ ਪੜ੍ਹ ਕੇ ਵੀ, ਕਰ ਕਰਕੇ ਵੀ, ਕਿਉਂਕਿ ਉਹ ਕੰਮ ਅਸਲੀਅਤ ਵਿੱਚ ਨਹੀਂ ਕੀਤਾ ਜੋ ਕਿਹਾ ਸੀ। ਸਿਰਫ ਅਸੀਂ ਇਹ ਖਿਆਲੀ ਪਰਵਾਜ਼ਾਂ ਵਿੱਚ ਰਹਿ ਗਏ।
ਮਨ ਉਦੋਂ ਸੌਂਦਾ ਜਦੋਂ ਪਿੱਛੇ ਚਲਾ ਜਾਂਦਾ ਹੈ, ਤੇ ਪਛਤਾਵਾ ਵੀ ਉਦੋਂ ਕਰਦਾ ਜਦੋਂ ਪਿੱਛੇ ਚਲਾ ਜਾਂਦਾ ਹੈ। ਪਛਤਾਵੇ ਵਿੱਚ ਸ਼ਕਤੀ ਘਟ ਜਾਂਦੀ, ਅੰਦਰ ਦੀ ਕਮਜ਼ੋਰ ਹੋ ਜਾਂਦਾ। ਤੇ ਇੱਕ ਦੂਜਾ ਸਮਾਂ ਜੋ ਅਜੇ ਕੱਲ ਆਉਣਾ ਹੈ, ਕੱਲ ਨੂੰ ਆਉਣਾ ਹੈ, ਜਾਂ ਅੱਗੇ ਚਲਾ ਜਾਂਦਾ ਹੈ, ਕੱਲ ਬਾਰੇ ਸੋਚ ਰਿਹਾ ਹੈ। ਜਿਹੜਾ ਕੱਲ ਬਾਰੇ ਸੋਚੇਗਾ ਉਹ ਚਿੰਤਾ ਪੈਦਾ ਕਰੇਗਾ। ਇਹ ਦੋ ਚੀਜ਼ਾਂ ਨੇ, ਪਛਤਾਵਾ ਤੇ ਚਿੰਤਾ, ਦੋਵੇਂ ਦੁੱਖ ਨੇ। ਜਾਂ ਆਉਣ ਵਾਲੇ ਸਮੇਂ ਬਾਰੇ ਸੋਚ ਰਿਹਾ, ਸਮੇਂ ਬਾਰੇ ਵੀ ਕੱਲ ਕੀ ਬਣੇਗਾ, ਅਗਲੇ ਸਾਲ, ਅਗਲੇ ਸਾਲ, ਅਗਲੇ ਸਾਲ। ਸਾਡੀ ਜ਼ਿੰਦਗੀ ਦੇ 40-40, 30-30 ਸਾਲ, 50-50 ਸਾਲ ਹੋ ਗਏ ਸਾਨੂੰ ਅਗਲੇ ਸਾਲ ਤੇ ਜਾਂਦੇ ਆ। ਪਰ ਜਦੋਂ ਅਗਲੇ ਸਾਲ ਤੇ ਜਾਈਦਾ, ਉਹ ਸਾਲ ਹੋਰ ਅੱਗੇ ਚਲਾ ਜਾਂਦਾ, ਫਿਰ ਅਗਲੇ ਸਾਲ ਬਾਰੇ ਸੋਚਦਾ। ਇਸ ਤਰ੍ਹਾਂ ਜੀਵਨ ਗੁਜ਼ਰ ਜਾਂਦਾ। ਭਾਈ ਵੀਰ ਸਿੰਘ ਨੇ ਬਹੁਤ ਸੋਹਣਾ ਲਿਖਿਆ। ਉਹ ਕਹਿੰਦੇ ਨੇ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਵਾਸਤੇ ਦਾ ਅਰਥ ਹੁੰਦਾ ਹੈ ਤਰਲਾ ਲੈਣਾ। ਜਿਨ੍ਹਾਂ ਦੇ ਮਨ ਨੂੰ ਜਾਗ ਆਈ, ਉਹ ਸਭ ਤੋਂ ਮਹਿੰਗੀ ਚੀਜ਼ ਨੂੰ ਪਹਿਲਾਂ ਵੇਖਦੇ ਨੇ। ਉਹਨਾਂ ਵਾਸਤੇ ਹੋਰ ਕੁਝ ਮਹਿੰਗਾ ਹੈ ਨਹੀਂ, ਨਾ ਧਨ ਮਹਿੰਗਾ, ਨਾ ਮਕਾਨ ਮਹਿੰਗਾ, ਨਾ ਗੱਡੀ, ਨਾ ਕਾਰੋਬਾਰ, ਕੁਝ ਵੀ ਮਹਿੰਗਾ ਨਹੀਂ। ਜਿਨ੍ਹਾਂ ਦਾ ਮਨ ਪੂਰੀ ਤਰ੍ਹਾਂ ਜਾਗਿਆ, ਉਹ ਸਭ ਤੋਂ ਮਹਿੰਗੀ ਚੀਜ਼ ਨੂੰ ਬਚਾਉਂਦੇ ਨੇ। ਉਹਨੂੰ ਕਹਿੰਦੇ ਸਮਾਂ। ਸਮੇਂ ਬਾਰੇ ਉਹ ਸੁਚੇਤ ਹੋ ਜਾਂਦੇ। ਇਹ ਸਭ ਤੋਂ ਮਹਿੰਗਾ ਦੁਨੀਆ ਦੇ ਵਿੱਚ, ਇਹਦੇ ਨਾਲ ਦਾ ਕੁਝ ਨਹੀਂ। ਕਿਉਂਕਿ ਜਿੱਦਣ ਇਹ ਸਮਾਪਤ ਹੋ ਗਿਆ, ਇੱਕ ਬੜੀ ਸੁੰਦਰ ਕਹਾਣੀ ਹੈ। 1 ਕਰੋੜਪਤੀ ਮਰਨ ਦੇ ਨੇੜੇ ਆ ਗਿਆ। ਉਹਨੇ ਆਪਣੀ ਜ਼ਿੰਦਗੀ ਦੇ 80 ਸਾਲ ਲਾ ਕੇ 1 ਕਰੋੜ ਨਹੀਂ, ਕਈ ਕਰੋੜਾਂ ਕਮਾਏ ਸਨ, ਇਕੱਠੇ ਕੀਤੇ ਸਨ, ਢੇਰ ਲਾਏ ਸਨ, ਜਮ੍ਹਾਂ ਕਰਾਏ ਸਨ। ਲੋੜ ਤੋਂ ਵੱਧ ਪਤਾ ਵੀ ਲੱਗ ਗਿਆ ਸੀ ਹੁਣ ਜ਼ਰੂਰਤ ਨਹੀਂ, ਪਰ ਕਰੀ ਗਿਆ। ਕਿਉਂਕਿ ਚਰਖੇ ਵਾਂਗ ਆਦਮੀ ਉਹਦੇ ਵਿੱਚ ਫਸ ਜਾਂਦਾ। ਕਹਿੰਦੇ ਨੇ, ਭਾਵੇਂ ਆਦਮੀ ਕਿੰਨਾ ਵੀ ਦੁਨੀਆ ਦੇ ਵਿੱਚ ਡੁੱਬਾ ਹੋਵੇ, ਮਰਨ ਤੋਂ 2-4 ਮਿੰਟ ਪਹਿਲਾਂ ਤੇ ਪਤਾ ਲੱਗ ਹੀ ਜਾਂਦਾ ਵੀ ਹੁਣ ਕੰਮ ਨੇੜੇ ਲੱਗ ਗਿਆ। ਇਹਨੂੰ ਪਤਾ ਲੱਗ ਗਿਆ, ਮੌਤ ਸਾਹਮਣੇ ਖੜੀ ਹੋ ਗਈ। ਤਾਂ ਕੋਈ ਕੰਮ ਰਹਿੰਦਾ ਸੀ ਅਜੇ ਉਹਦਾ, ਕਿਸੇ ਨੇ ਮਿਲਣ ਆਉਣਾ ਸੀ। ਕਹਿਣ ਲੱਗਾ ਵੀ ਤੂੰ ਦੱਸ, ਮੌਤ ਨੂੰ ਕਹਿੰਦਾ ਹੈ ਮੈਨੂੰ 5 ਮਿੰਟ ਹੋਰ ਚਾਹੀਦੇ ਨੇ ਜਿਉਣ ਵਾਸਤੇ। ਉਹਨੇ ਕਿਹਾ ਨਹੀਂ, 5 ਮਿੰਟ ਤੇ ਬਹੁਤ ਲੰਬੇ ਨੇ। ਕਹਿਣ ਲੱਗਾ ਮੈਂ ਆਪਣੇ 1 ਸਾਲ ਦੀ ਕਮਾਈ ਤੈਨੂੰ ਦੇਣਾ। ਮੈਂ 80 ਸਾਲ ਕਮਾਇਆ ਤੇ 80 ਸਾਲ ਵਿੱਚ 80 ਕਰੋੜ ਕਮਾਇਆ। 1 ਕਰੋੜ ਲੈ ਕੇ 5 ਮਿੰਟ ਦੇ। ਉਹਨੇ ਕਿਹਾ ਨਹੀਂ। ਅਖੀਰ ਨੂੰ ਉਹਨੇ ਕਿਹਾ ਮੈਂ ਸਾਰਾ ਦੇਣਾ 80 ਕਰੋੜ, ਇਹ 5 ਮਿੰਟ ਮੈਨੂੰ ਦੇ। ਉਹਨੇ ਕਿਹਾ ਨਹੀਂ, 80 ਕਰੋੜ ਦੇ 5 ਮਿੰਟ ਨਹੀਂ ਆਉਂਦੇ। ਕਹਿਣ ਲੱਗਾ ਇੰਨੇ ਸਾਲਾਂ ਦੀ ਕਮਾਈ 5 ਮਿੰਟ ਨਹੀਂ ਪੈਦਾ ਕਰ ਸਕਦੀ। ਨਹੀਂ, 1 ਪਲ ਵੀ ਪੈਦਾ ਨਹੀਂ ਕਰ ਸਕਦੀ। ਔਰ ਇਹ 5 ਮਿੰਟ ਸਾਡੇ ਕੋਲੋਂ ਲੰਘਦੇ ਜਾ ਰਹੇ ਨੇ, ਕੋਲੋਂ ਪਾਣੀ ਦੀ ਤਰ੍ਹਾਂ ਵਹੀ ਜਾ ਰਹੇ ਨੇ, ਨਿਕਲਦੇ ਜਾ ਰਹੇ ਨੇ। ਇਸ ਲਈ ਭਾਈ ਵੀਰ ਸਿੰਘ ਕਹਿੰਦੇ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕੰਨੀ ਖਿਸਕਾ ਗਿਆ, ਛੁੱਟ ਗਿਆ ਹੱਥਾਂ ਵਿੱਚੋਂ, ਨਿਕਲ ਗਿਆ। ਫਿਰ ਕਹਿੰਦੇ ਉਹ ਚੱਲਦਾ ਤ੍ਰਿਖੇ ਵੇਗ, ਚੱਲੀ ਜਾ ਰਿਹਾ। ਉਹ ਐਡਾ ਤੇਜ਼ ਹੈ, ਇੰਨਾ ਸਖਤ। ਤੁਸੀਂ ਕਦੀ ਵੇਖੋਗੇ ਆਦਮੀ ਨੂੰ ਨੀਂਦ ਆ ਜਾਏਗੀ, ਘੜੀ ਨੂੰ ਨੀਂਦ ਨਹੀਂ ਆਵੇਗੀ ਜਿਹੜੀ ਉਹਨੇ ਗੁੱਟ ਤੇ ਬੰਨੀ। ਘੜੀ ਨੂੰ ਦੀਵਾਰ ਤੇ ਲੱਗੀ ਹੋਈ ਹੈ, ਭਾਵੇਂ ਹੱਥ ਤੇ ਵੱਜੀ ਹੈ, ਭਾਵੇਂ ਉਹ ਸੋਨੇ ਦੀ ਹੈ, ਭਾਵੇਂ ਚਾਂਦੀ ਦੀ ਹੈ। ਆਦਮੀ ਸੌਂ ਜਾਏਗਾ, ਘੜੀ ਨਹੀਂ ਸੌਂਵੇਗੀ, ਉਹਨੂੰ ਕੱਟੀ ਜਾ ਰਹੀ, ਖਤਮ ਕਰੀ ਜਾ ਰਹੀ ਉਹਦਾ ਜੀਵਨ। ਤੇ ਇਹਦੇ ਬਾਰੇ ਆਦਮੀ ਸਭ ਤੋਂ ਅਚੇਤ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਬੰਦਾ ਹੋਰ ਕਿਸੇ ਬਾਰੇ ਸੁੱਤਾ ਹੋਇਆ ਨਹੀਂ, ਧਨ ਬਾਰੇ ਵੀ ਜਾਗਦਾ, ਸਰੀਰ ਬਾਰੇ ਵੀ ਜਾਗਦਾ ਹੈ, ਸਾਰੀਆਂ ਚੀਜ਼ਾਂ ਬਾਰੇ ਉਹਦਾ ਮਨ ਜਾਗਿਆ ਹੈ। ਜੇ ਸੁੱਤਾ ਹੋਇਆ ਤੇ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਉਮਰ ਨਿਕਲਦੀ ਜਾ ਰਹੀ ਹੈ, ਸਮਾਂ ਨਿਕਲ ਗਿਆ ਹੱਥਾਂ ਵਿੱਚੋਂ। ਤੇ ਭਾਈ ਸਾਹਿਬ ਕਹਿੰਦੇ, ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਉਹ ਚੱਲਦਾ ਤ੍ਰਿਖੇ ਵੇਗ, ਗਿਆ ਟੱਪ ਬੰਨੋ ਬੰਨੀ। ਤੇ ਫਿਰ ਕਹਿੰਦੇ, ਮੈਂ ਪੁੱਛਿਆ ਵੀ ਤੂੰ ਕਿਤੇ ਖਲੋ ਜਾ, ਮੇਰੇ ਨਾਲ ਗੱਲ ਤੇ ਕਰ। ਉਹਨੇ ਕਿਹਾ ਮੈਂ ਖਲੋ ਕੇ ਗੱਲ ਨਹੀਂ ਕਰਦਾ, ਮੈਂ ਤੁਰਦਿਆਂ ਗੱਲ ਕਰਨਾ। ਮੈਂ ਕਦੀ ਖੜਾ ਹੈ ਹੀ ਨਹੀਂ, ਸਮਾਂ ਥੋੜੀ ਖਲੋਂਦਾ। ਪੁੱਛਿਆ ਜੀ ਫਿਰ ਹੋਰ ਕੋਈ ਉਪਾਅ? ਤੇ ਭਾਈ ਸਾਹਿਬ ਕਹਿੰਦੇ, ਕਰ ਸਫਲ ਉਡਨ ਦਾ ਜਾਮ ਦਾ,
ਇਹ ਠਹਿਰਨ ਜਾਚ ਨਹੀਂ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹਦਾ ਇੱਕੋ ਹੀ ਗੁਣ ਹੈ, ਨਾ ਤੇ ਖਲੋਣਾ ਜਾਣਦਾ ਤੇ ਨਾ ਲੰਘਿਆ ਪਰਤ ਕੇ ਵਾਪਸ ਹੱਥਾਂ ਵਿੱਚ ਆਉਂਦਾ, ਨਿਕਲਦਾ ਜਾ ਰਿਹਾ ਹੱਥਾਂ ਦੇ ਵਿੱਚੋਂ। ਬਸ ਇਹ ਉਹ ਹੀ ਬਚਿਆ ਜਿਨ੍ਹਾਂ ਸਮੇਂ ਨੂੰ ਇਹ ਕਹਿੰਦੇ ਵੇਖ ਲਿਆ, ਜਿਨਨੇ ਕਾਲ ਨੂੰ ਵੇਖਿਆ ਉਹ ਅਕਾਲ ਤੱਕ ਚਲਾ ਗਿਆ। ਅਕਾਲ ਪੁਰਖ, ਜਿੱਥੇ ਕੋਈ ਸਮਾਂ ਨਹੀਂ, ਕੋਈ ਟਾਈਮ ਨਹੀਂ, ਕੋਈ ਵਕਤ ਨਹੀਂ। ਤੁਸੀਂ ਇੱਕ ਕਹਾਣੀ ਸੁਣੀ ਹੋਵੇਗੀ, ਕਿਉਂਕਿ ਅੱਜ ਦੀ ਪੌੜੀ ਵੀ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਪਿਆਰ ਵਿੱਚ ਉਚਾਰੀ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਉਹ ਗੁਰਸਿੱਖਾਂ ਦੇ ਗੁਰੂ ਨੇ, ਜੇ ਕੋਈ ਹਿੰਦੂ ਧਰਮ ਦਾ ਆਦਮੀ ਉਹਨਾਂ ਨਾਲ ਪਿਆਰ ਕਰਦਾ ਤੇ ਉਹਨਾਂ ਵਾਸਤੇ ਗੰਗਾ ਵਾਂਗੂ ਜਿਵੇਂ ਉਹਨਾਂ ਦੇ ਤੀਰਥਾਂ ਵਰਗੇ ਨੇ, ਮੁਸਲਮਾਨਾਂ ਵਾਸਤੇ ਕਾਬੇ ਵਰਗੇ ਨੇ, ਬੇਪਰਵਾਹ ਨੇ। ਘਰ ਘਰ ਵਿੱਚ ਉਹਨਾਂ ਦਾ ਗੀਤ ਹੈ, ਘਰ ਘਰ ਵਿੱਚ ਉਹਨਾਂ ਦਾ ਸੰਗੀਤ ਤੇ ਉਹਨਾਂ ਦਾ ਗਿਆਨ ਤੇ ਉਹਨਾਂ ਦਾ ਸੰਦੇਸ਼ ਹੈ। ਉਹਨਾਂ ਨੇ ਕੀ ਸਾਨੂੰ ਉਪਦੇਸ਼ ਦਿੱਤਾ? ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਜਿਹੜਾ ਮੁੱਖ ਉਪਦੇਸ਼ ਵਾਹਿਗੁਰੂ ਦੇ ਘਰੋਂ ਗੁਰੂ ਨਾਨਕ ਸਾਹਿਬ ਜੀ ਸਾਡੇ ਲਈ ਮੈਸੇਜ ਲੈ ਕੇ ਆਏ ਨੇ, ਉਹ ਬਿਲਕੁਲ ਛੋਟਾ ਹੈ। ਫਿਰ ਉਹਦਾ ਵਿਸਤਾਰ ਕੀਤਾ ਕਿ ਉਹਨੂੰ ਮੂਲ ਮੰਤਰ ਕਿਹਾ ਗਿਆ ਸਿੱਖੀ ਵਿੱਚ। ਮੂਲ ਮੰਤਰ ਦਾ ਅਰਥ ਪਰਮਾਤਮਾ ਦੀ ਤਸਵੀਰ, ਉਹਦਾ ਕੋਡ ਨੰਬਰ, ਜਿੱਥੋਂ ਉਹਨੂੰ ਜਾਣਿਆ ਜਾ ਸਕਦਾ ਹੈ। ਅਸੀਂ ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਗੱਲ ਕਰਨ ਲਈ ਸਾਡੇ ਕੋਲ ਉਹਦਾ ਨੰਬਰ ਚਾਹੀਦਾ ਹੈ। ਨੰਬਰ ਤੋਂ ਬਿਨਾਂ ਗੱਲ ਨਹੀਂ ਹੋ ਸਕੇਗੀ। ਸਤਿਗੁਰੂ ਕਹਿੰਦੇ ਤੂੰ ਆਪਣੇ ਗੁਰੂ ਅੱਗੇ ਮੱਥਾ ਤੇ ਰੋਜ਼ ਟੇਕਣਾ ਹੈ, ਪਰਿਕਰਮਾ ਤੇ ਕਰਨਾ, ਵੀ ਉਹਦਾ ਨੰਬਰ ਪਤਾ ਤੈਨੂੰ ਕਿਹੜਾ ਨੰਬਰ ਹੈ? ਸਤਿਗੁਰੂ ਨੇ ਸਾਨੂੰ ਨੰਬਰ ਦਿੱਤਾ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਇਹ ਨੰਬਰ ਹੈ ਮੂਲ ਮੰਤਰ ਜਿਹੜਾ ਸਾਰਾ ਹੈ। ਇਹ ਨੰਬਰ ਸਿੱਖ ਨੂੰ ਦੇ ਦਿੱਤਾ ਮੈਸੇਜ, ਤੇ ਇਹਦੇ ਵਿੱਚ ਇੱਕ ਲਫ਼ਜ਼ ਆਉਂਦਾ ਹੈ ਅਕਾਲ ਮੂਰਤ। ਮੂਰਤ ਦਾ ਅਰਥ ਹੈ ਮੂਰਤੀ, ਮੂਰਤ ਦਾ ਅਰਥ ਹੈ ਤਸਵੀਰ। ਅਕਾਲ ਦਾ ਅਰਥ ਹੈ ਉਹ ਤਸਵੀਰ ਜਿਹਦਾ ਕਦੀ ਕਾਲ ਨਹੀਂ ਆਉਂਦਾ, ਜਿਹਦੀ ਕਦੀ ਮੌਤ ਨਹੀਂ ਆਉਂਦੀ, ਉਹ ਤਸਵੀਰ। ਬਾਕੀ ਦੀਆਂ ਤਸਵੀਰਾਂ ਦੀ ਸਾਰੀਆਂ ਦੀ ਇਹ ਮੌਤ ਆ ਜਾਂਦੀ, ਪੁਰਾਣੀਆਂ ਹੋ ਜਾਂਦੀਆਂ ਨੇ, ਮੂਰਤੀਆਂ ਟੁੱਟ ਜਾਂਦੀਆਂ ਨੇ, ਤਸਵੀਰਾਂ ਪੁਰਾਣੀਆਂ ਹੋ ਗਈਆਂ ਸਾਰੀਆਂ। ਸਤਿਗੁਰੂ ਕਹਿੰਦੇ ਵੀ ਉਹ ਤਸਵੀਰ ਜਿਹੜੀ ਅਕਾਲ ਹੈ, ਅਕਾਲ ਦਾ ਮਤਲਬ ਹੈ, ਕਾਲ ਦਾ ਅਰਥ ਟਾਈਮ, ਸਮਾਂ, ਜਾਂ ਇਹਦੇ ਮੀਨ ਕਹਿੰਦੇ ਮੌਤ, ਡੈਥ, ਕਾਲ ਦੇ ਅਰਥ। ਆ ਜਿਹੜੀ ਚੀਜ਼ ਖਤਮ ਕਰੀ ਜਾ ਰਹੀ ਸਾਨੂੰ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਵੀ ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਅਸੀਂ ਕਹਿੰਦੇ ਹਾਂ ਫਲਾਣਾ ਆਦਮੀ ਇਹ ਇੰਨੇ ਸਾਲਾਂ ਦਾ ਹੋ ਗਿਆ, ਅਸੀਂ ਕਹਿੰਦੇ ਹਾਂ ਜਵਾਨ ਹੋ ਗਿਆ, ਵੱਡਾ ਹੋ ਗਿਆ। ਇਹ ਸੰਸਾਰ ਦੀ ਭਾਸ਼ਾ ਹੈ। ਅਸੀਂ ਇੰਨੇ ਸਾਲ ਦੇ ਹੋ ਗਏ, ਫਲਾਣਾ ਵੱਡਾ ਹੈ, ਵੱਡਾ। ਇਸ ਕਰਕੇ ਵੱਡਾ ਸ਼ਬਦ ਪੰਜਾਬ ਦੀ ਸੰਸਕ੍ਰਿਤੀ ਦੇ ਵਿੱਚ ਮੌਤ ਨਾਲ ਸੰਬੰਧਿਤ ਵਰਤਿਆ ਗਿਆ। ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਏ, ਵੱਡੇ ਦੇ ਅਰਥ ਮੌਤ, ਵੱਡਾ ਹੋ ਗਿਆ। ਪਰ ਅਸੀਂ ਵੱਡੇ ਨੂੰ ਕਹਿੰਦੇ ਹਾਂ ਵੱਡਾ ਹੋ ਗਿਆ। ਵੱਡੇ ਦੇ ਅਰਥ ਜਿਹਦੇ ਸਾਲ ਜ਼ਿਆਦਾ ਲੰਘ ਗਏ, ਜਿੱਦਣ ਦਾ ਉਹਦਾ ਬਰਥ ਹੋਇਆ ਸੀ, ਜਨਮ ਹੋਇਆ ਸੀ, ਉਸ ਤੋਂ 20 ਸਾਲ ਲੰਘ ਗਏ। ਇਸ ਕਰਕੇ ਉਹ 20 ਸਾਲਾਂ ਦਾ, ਦੂਜਾ 25 ਦਾ, ਕੋਈ 30 ਸਾਲ ਦਾ, ਕੋਈ 40 ਦਾ ਹੈ। ਇਹ ਅਸੀਂ ਸੰਸਾਰ ਦੀ ਨਜ਼ਰ ਨਾਲ ਵੇਖ ਰਹੇ ਹਾਂ, ਪਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਹੀਂ, ਤੇਰੀ ਭਾਸ਼ਾ ਠੀਕ ਨਹੀਂ, ਤੂੰ ਵੇਖ ਇਹ ਵੱਡਾ ਨਹੀਂ ਹੋਇਆ, ਤਾਂ ਛੋਟਾ ਹੋ ਗਿਆ। ਜੇ ਇਹਦੀ ਉਮਰ 80 ਸਾਲ ਸੀ, ਜੇ 40 ਸਾਲ ਲੰਘ ਗਈ ਤੇ 40 ਸਾਲ ਛੋਟਾ ਹੋ ਗਿਆ, 40 ਰਹਿ ਗਏ ਬਾਕੀ। ਜੇ ਇਹਦੀ ਉਮਰ 50 ਸਾਲ ਹੋ ਗਈ ਤਾਂ ਸਾਰੀ ਇਹਨੂੰ ਜਿਹੜਾ ਵਕਤ ਮਿਲਿਆ ਸੀ ਵਾਹਿਗੁਰੂ ਵੱਲੋਂ ਉਹ 80 ਸਾਲ ਦਾ ਸੀ, ਤਾਂ 30 ਸਾਲ ਬਚੇ ਨੇ। ਤੂੰ ਇਹਨੂੰ ਕਿਉਂ ਕਹਿਣਾ ਵੀ ਇਹ ਵੱਡਾ ਹੋ ਗਿਆ ਜਾਂ 50 ਸਾਲ ਦਾ ਹੋ ਗਿਆ? ਇਹ 50 ਸਾਲ ਦਾ ਨਹੀਂ ਹੋ ਗਿਆ। ਦੂਜੇ ਪਾਸਿਓਂ ਮਿਹਣ, ਅਸੀਂ ਉਧਰੋਂ ਮਿਣਦੇ ਨੇ, ਅਸੀਂ ਉਧਰ ਨਹੀਂ ਜਾਂਦੇ ਜਿੱਧਰੋਂ ਮਿਲਣ ਦੇ ਨਾਲ ਸਾਨੂੰ ਹੋਸ਼ ਆਉਣੀ ਹੈ, ਇੱਥੇ ਜਾਗਣਾ ਕੁਝ। ਅਸੀਂ ਇਧਰੋਂ ਮਿਲਣੇ ਆ ਜਿਹਦੇ ਨਾਲ ਅਸੀਂ ਸੌਂ ਜਾਈਏ। ਅਸੀਂ ਉਸ ਪਾਸਿਓਂ ਨਹੀਂ ਮਿਲਦੇ ਜਿੱਥੋਂ ਸਾਡਾ ਮਨ ਜਾਗਦਾ ਹੈ। ਅਸੀਂ ਜ਼ਿੰਦਗੀ ਨੂੰ ਉਸ ਪਾਸਿਓਂ ਨਾਪਦੇ ਹਾਂ ਜਿੱਧਰੋਂ ਅਸੀਂ ਸੌਂਦੇ ਹਾਂ। ਜੇ ਉਧਰੋਂ ਮਾਪੀਏ ਤੇ ਫਿਰ ਸਾਨੂੰ ਪਤਾ ਲੱਗ ਜਾਏਗਾ ਵੀ ਹੁਣ ਤਾਂ ਇਸ ਤੋਂ ਅੱਗੇ ਹੋਵੇਗਾ ਕੀ। ਪਹਿਲਾਂ ਤੇ ਬਚਪਨ ਸੀ, ਸੰਭਾਵਨਾ ਸੀ, ਇੱਕ ਬੱਚਾ ਹੈ, ਖੁਸ਼ੀ ਹੈ,
क्योंकि जवानी आ रही, अगे संभावना जवानी दी। हुण जवानी दे अगे की है, थोड़ा थोड़ा जे बंदे नूं पता लग जाता भी हुण बुढ़ेपा आ रहा, उन्होंने पता है बुढ़ेपे दे अगले पासे समाप्ति, एंड आ गया शरीर का, इस करके वो जवानी नूं रोकदा है। इस जमीन दे उत्ते सब तो ज़्यादा, आप जी हैरान होवोगे, दुनिया भुखी भी मर रही है, गरीब भी ने देश, लोग सड़कों ते भी बैठे ने, पर तुसी हैरान होवोगे इस जमीन का जिहड़ा 100% धन है, उहदे विचों 33% धन सिर्फ आदमी ते औरत इस वास्ते वरत रहा है कि वह बुढ़ा ना हो जाए, लगे ना, पालिश ते वरत रहा है, श्रृंगार ते। यानी कि 100 करोड़ विचों 33 करोड़ इस वास्ते मैं बुढ़ा ना हो जाऊं, रंग लियांदा खरीद के, पालिश कीती। ते अजकल दे लोग उन्होंने सभ्याचार कहते हैं, कल्चर। ये सभ्याचार है जिंदगी के उत्ते पालिश करनी, जिंदगी नूं धोखा देना, जो वो है उस तरह नहीं उन्होंने होण देना, नेचरली नहीं होण देना जीवन नूं, उन्होंने रोकना है, रब का विरोध करना है भी नहीं, मैनू प्रवान तेरा दिता होया ये जिहड़ा बुढ़ेपा है नहीं प्रवान। मैनू छोटी जी कहानी साखी चेते आई, गुरु गोबिंद सिंह महाराज सच्चे पातशाह जी का जदों दीवान सजदा सी, इस तरह जिवें तुसीं बैठे आनंदपुर साहिब दे विच, तां एक समा उत्थे इन्ना इजलास भरिया हुंदा सी, इन्नी सभा लगदी सी चढ़दी कला दी कि गुरु साहब आप सिंघासन ते बहिंदे सन, कलगी सजाई हुंदी सी, एक हाथी सी गुरु साहब दे कोल प्रसादी, वो चौर करदा सी, इधर बीबियां जिहड़ियां वो बहिंदियां, इधर जंगी सिंह, इधर भगती भाव वाले, सारे सजे हुंदे सी बड़े सोहणियां दस्तारां सजा के। गुरु साहब दा हुक्म सी मेरे दीवान विच जिहड़ा आवे इत्थे मेरे कोल बवे, ये चंगी तरह तैयार बर तैयार होके आवे, सोहणियां दस्तारां सजा के, थोड़े सोहणे बाणे पा के, इक्को जिहा वस्त्र पा के, इत्थे वखरे वखरे ना कोई, ये तरीका सी पहला। पूरी तरह जिन्हों वेख के जाग आवे, ये भी बड़ी वड्डी सेवा जी। जदों गुरुद्वारे आईए ना, थोड़े जिहा चंगी तरह तैयार बर तैयार सावधान होके आईए, साडे वल्लों वेख के किसी नूं दलिद्दर ना पवे, ये भी बड़ी वड्डी सेवा है। सीधे होके बहिए, उवासियां ना लईए, इधर उधर ना वेखिए, टोलियां ना बनाइए, फोन ना सुनिए, गल्लां ना करी, बड़ी वड्डी सेवा जी। जे तुसीं अज दे समय विच ये भी कर लो, ये भी बड़ी वड्डी सेवा है। ते जे साडे वल्लों वेख के किसी नूं नींद ही आ जानी है, सारे दिन की जिहड़ी सुस्ती ते दलिद्दर ते थकेवा असीं गुरुद्वारे आके लाउणा है, ये फिर सेवा नहीं, ये गुरु के दरबार दे विच आउण दा तरीका नहीं है। गुरु साहब दा हुक्म सी कि कमर कसा कर देहो दिखाई, हमरी खुशी होए अधिकाई। कमर कसे दा मतलब सी भी मेरा सिख जदों मेरे कोल आवे, पूरी तरह तैयार बर तैयार, सोहनी दस्तार सजाई होवे, चंगे वस्त्र पाए होण, नहा धो के आवे, पूरा केस दाड़े, कुंडियां मुच्छां, सीधा दाड़ा होवे, दीवान सजिया। मैं गल कर रहा सी, आदमी का यतन है, वो कुदरत नूं प्रवान नहीं कर रहा कि जिवें रब लैके जा रहा उस तरह नहीं जा रहा, वो वखरा जिउणा चाहुंदा है। सतगुरु जी के दरबार दे विच एक सिख नौजवान जिहदी उम्र करीब करीब होवेगी 40 साल के नेड़े, रोज़ आउंदा है ते ओहदी दस्तार बहुत सोहनी है, क्योंकि गुरु साहब जी ने, आप जी नूं पता होवे जे तुसीं किते जाओ हिमाचल विच ते गुरुद्वारा पौंटा साहब जे दर्शन करन जाओ ते जमुना नदी दे बिल्कुल कंढे दे उत्ते एक छोटा जिहा गुरुद्वारा है, जिहदा नाम है गुरुद्वारा दस्तार साहब। ਉਹਦਾ नाम दस्तार साहब क्यों है? क्योंकि कलगीधर पातशाह जी उत्थे बह के अपने सिखां नूं पग्गां बन्नण दी, दस्तारां बन्नण दी सिखलाई देंदे हुंदे सी भी इस तरह बन्नी दी दस्तार। फिर जिहड़ी सब तो सोहणी बन्नदा सी उहनूं बड़ा इनाम देंदे सन, बख्शिशां करदे सन, उहनूं दस्तार साहब कहंदे ने। ਇਹ ਉਹੀ ਥਾਂ ਹੈ ਜਿੱਥੇ ਇੱਕ ਮੁਸਲਮਾਨ ਫਕੀਰ ਗੁਰੂ ਕੇ ਪਿਆਰੇ ਪੀਰ ਬੁੱਧੂ ਸ਼ਾਹ ਨੂੰ
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੀ ਅੱਧੀ ਦਸਤਾਰ ਦੇ ਦਿੱਤੀ ਸੀ। ਅੱਧੀ ਦਸਤਾਰ ਸਭ ਤੋਂ ਨਜ਼ਦੀਕੀ ਚੀਜ਼ ਦਿੱਤੀ ਸਤਿਗੁਰੂ ਨੇ, ਕਿਉਂਕਿ ਇਹ ਪੀਰ ਬੁੱਧੂ ਸ਼ਾਹ ਸਤਿਗੁਰਾਂ ਦਾ ਬਹੁਤ ਅਨੰਨ ਪਿਆਰਾ ਸੀ। ਤੇ ਪਾਉਂਟਾ ਸਾਹਿਬ ਦੀ ਲੜਾਈ ਦੇ ਵਿੱਚ ਇਹਨੇ ਆਪਣੇ ਭਰਾ ਤੇ ਪੁੱਤਰ ਗੁਰੂ ਸਾਹਿਬ ਦੇ ਪਿਆਰ ਵਾਸਤੇ ਸ਼ਹੀਦ ਕਰਾਏ ਸੀ। ਜਦੋਂ ਉੱਥੇ ਸ਼ਹੀਦੀਆਂ ਹੋਈਆਂ, ਇੱਥੇ ਮਿਲਣ ਵਾਸਤੇ ਆਇਆ। ਗੁਰੂ ਸਾਹਿਬ ਕੰਘਾ ਕਰ ਰਹੇ ਸਨ ਕੇਸਾਂ ਨੂੰ ਆਪਣੇ, ਤੇ ਜਦੋਂ ਸਤਿਗੁਰੂ ਜੀ ਕੰਘਾ ਕਰਦੇ ਸਨ ਕੇਸਾਂ ਨੂੰ, ਉਦੋਂ ਕਿਸੇ ਨੂੰ ਹੁਕਮ ਨਹੀਂ ਸੀ ਕਿ ਉਹ ਆ ਕੇ ਵੇਖ ਲਵੇ, ਕਿਉਂਕਿ ਉਹਨਾਂ ਦੇ ਕੇਸ ਕਿਸੇ ਨਹੀਂ ਸਨ ਵੇਖੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਉੱਚ ਦੇ ਪੀਰ ਬਣੇ, ਉਦੋਂ ਉਹਨਾਂ ਨੇ ਖੋਲੇ ਪਿੱਛੇ ਸਿੱਟੇ। ਤੁਸੀਂ ਉੱਚ ਦੇ ਪੀਰ ਦੀ ਤਸਵੀਰ ਵੀ ਵੇਖ ਸਕਦੇ ਹੋ, ਜਿਹਦੇ ਵਿੱਚ ਉਹਨਾਂ ਨੇ ਕੇਸ ਪਿੱਛੇ ਨੂੰ ਸਿੱਟੇ ਹੋਏ ਨੇ। ਤਾਂ ਉੱਥੇ ਆ ਨਹੀਂ ਸੀ ਸਕਦਾ ਕੋਈ, ਕਿਉਂਕਿ ਸਿੱਖੀ ਦੀ ਸਭ ਤੋਂ ਮਹਿੰਗੀ ਪੂੰਜੀ ਜਿਹੜੀ ਹੈ ਗੁਰੂ ਕੇ ਸਵਾਰਿਓ ਕੇਸ ਨੇ। ਕੇਸ। ਜਦੋਂ ਭਾਈ ਤਾਰੂ ਸਿੰਘ ਨੂੰ ਪੁੱਛਿਆ ਸੀ ਬਈ ਤੂੰ ਆਪਣੀ 25 ਸਾਲਾ ਜਵਾਨੀ ਦੇ ਵਿੱਚ ਆਪਣਾ ਜੀਵਨ ਕਿਉਂ ਉਹਦੇ ਲਫ਼ਜ਼ਾਂ ਵਿੱਚ ਜ਼ਕਰੀਆ ਖਾਨ ਦੇ ਗਵਾਉਣਾ ਕਿਉਂ ਚਾਹੁੰਦਾ ਹੈ, ਕਿਹੜੀ ਚੀਜ਼ ਤੈਨੂੰ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ? ਤੇ ਭਾਈ ਸਾਹਿਬ ਨੇ ਜਵਾਬ ਦਿੱਤਾ ਸੀ ਕੇਸ, ਮੈਨੂੰ ਕੇਸ ਦਿੱਤੇ। ਇਸ ਲਈ ਅਰਦਾਸ ਵਿੱਚ ਤੁਸੀਂ ਰੋਜ਼ ਸੁਣਦੇ ਹੋ, ਜਦੋਂ ਕੇਸਾਂ ਦਾ ਨਾਂ ਆਉਂਦਾ ਉਹਦੇ ਨਾਲ ਸਵਾਸਾਂ ਦਾ ਨਾਂ ਆਉਂਦਾ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਕਿਉਂ ਸਵਾਸ ਸ਼ਬਦ ਕਿਉਂ ਨਾਲ ਲਾਇਆ ਹੈ? ਸਵਾਸ ਸ਼ਬਦ ਤਾਂ ਨਾਲ ਲੱਗਾ ਹੈ ਕਿ ਜੇ ਇੱਕ ਬੋਡੀ ਨੂੰ, ਜੇ ਇੱਕ ਸਰੀਰ ਨੂੰ ਸਾਹ ਆ ਰਿਹਾ, ਸਵਾਸ ਆ ਰਿਹਾ, ਤੇ ਉਹ ਸਰੀਰ ਤਾਂ ਜਿਉਂਦਾ ਰਹਿ ਸਕਦਾ ਹੈ। ਜੇ ਉਹਦੇ ਸਵਾਸ ਬੰਦ ਹੋ ਜਾਣ ਤੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਮਰ ਗਿਆ। ਤੇ ਜੇ ਸਿੱਖ ਦੇ ਕੋਲ ਕੇਸ ਹੈਣ ਤੇ ਸਿੱਖੀ ਜਿਉਂਦੀ ਏ, ਨਹੀਂ ਤੇ ਉਹ ਸਿੱਖ ਵੀ ਜਿਉਂਦਾ ਨਹੀਂ। ਇਹ ਕੇਸ ਤੇ ਸਵਾਸ ਲਫ਼ਜ਼ ਤਾਂ ਇਕੱਠੇ ਕੀਤੇ ਗਏ। ਤਾਂ ਗੁਰੂ ਕੇ ਸਵਾਰਿਓ ਸਤਿਗੁਰੂ ਕੇਸਾਂ ਨੂੰ ਕੰਘਾ ਕਰ ਰਹੇ ਸਨ। ਪੀਰ ਬੁੱਧੂ ਸ਼ਾਹ ਆਏ, ਨਮਸਕਾਰ ਕੀਤੀ। ਸਤਿਗੁਰੂ ਬੜੇ ਖੁਸ਼ ਹੋਏ ਤੇ ਕਹਿੰਦੇ ਪੀਰ ਜੀ ਤੁਸੀਂ ਬੜੀ ਸੇਵਾ ਕੀਤੀ, ਦੱਸੋ ਕੁਝ ਮੰਗੋ ਤੁਹਾਨੂੰ ਦਈਏ ਕੁਝ। ਤੇ ਉਹਨਾਂ ਨੇ ਪਤਾ ਕੀ ਮੰਗਿਆ? ਵੇਖੋ ਉਹਨਾਂ ਦੀ ਮੰਗ ਕਿਹੜੀ। ਇੱਕ ਮੁਸਲਮਾਨ ਫਕੀਰ ਹੈ। ਮੇਰੇ ਖਿਆਲ ਵਿੱਚ ਅੱਜ ਸਿੱਖ ਪੀਰ ਬੁੱਧੂ ਸ਼ਾਹ ਤੋਂ ਸਿੱਖ ਲੈਣ ਵੀ ਗੁਰੂ ਕੋਲੋਂ ਕੀ ਮੰਗਣਾ, ਕਿਉਂਕਿ ਸਾਨੂੰ ਹੋਰ ਤੇ ਕੀ ਕਰਨਾ ਆਉਣਾ, ਸਾਨੂੰ ਗੁਰੂ ਸਾਹਿਬ ਕੋਲੋਂ ਮੰਗਣਾ ਵੀ ਨਹੀਂ ਆਇਆ। ਪੀਰ ਬੁੱਧੂ ਸ਼ਾਹ ਤੋਂ ਸਿੱਖ ਲਈਏ। ਜਦੋਂ ਪੁੱਛਿਆ ਦੱਸੋ ਅਸੀਂ ਤੁਹਾਡੇ ਤੇ ਬੜੇ ਖੁਸ਼, ਤੁਹਾਨੂੰ ਕੀ ਚਾਹੀਦਾ, ਕੁਝ ਮੰਗੋ। ਤੇ ਪੀਰ ਬੁੱਧੂ ਸ਼ਾਹ ਨੇ ਦੋਵੇਂ ਹੱਥ ਕਰਕੇ ਕਿਹਾ ਸੱਚੇ ਪਾਤਸ਼ਾਹ ਤੁਸੀਂ ਜੇ ਤਰੁੱਠੇ ਹੋ ਆ ਆਪਣਾ ਕੰਘਾ ਦੇ ਦਿਓ ਮੈਨੂੰ। ਸਤਿਗੁਰੂ ਕੰਘਾ ਦੇਣ ਲੱਗੇ, ਕਿਉਂਕਿ ਕੰਘੇ ਦੇ ਵਿੱਚ ਕੇਸ ਅੜੇ ਹੋਏ ਸਨ। ਜਦੋਂ ਆਪਾਂ ਕੰਘਾ ਕਰਨੇ ਆ ਤੇ ਕੰਘੇ ਵਿੱਚ ਕੇਸ ਆ ਜਾਂਦੇ। ਗੁਰੂ ਸਾਹਿਬ ਜਦੋਂ ਕੇਸ ਕੱਢਣ ਲੱਗੇ ਨਾ, ਤੇ ਪੀਰ ਬੁੱਧੂ ਸ਼ਾਹ ਨੇ ਪਿਆਰ ਨਾਲ ਹੱਥ ਫੜ ਲਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਕੇਸਾਂ ਕਰਕੇ ਤੇ ਮੈਂ ਕੰਘਾ ਮੰਗਿਆ, ਤੁਸੀਂ ਵਿੱਚੋਂ ਜਿਹੜੀ ਕੀਮਤੀ ਚੀਜ਼ ਸੀ ਉਹ ਕਿਉਂ ਕੱਢਦੇ ਹੋ? ਮੈਨੂੰ ਸਮੇਤ ਕੇਸਾਂ ਦੇ ਕੰਘਾ ਦਿਓ। ਬੜੇ ਖੁਸ਼ ਹੋਏ, ਕੇਸ ਵੀ ਦਿੱਤੇ, ਕੰਘਾ ਵੀ ਦਿੱਤਾ ਤੇ ਅੱਧੀ ਦਸਤਾਰ ਦਿੱਤੀ। ਇਹ ਉਹ ਥਾਂ ਹੈ ਜਿੱਥੇ ਗੁਰਦੁਆਰਾ ਦਸਤਾਰ ਸਾਹਿਬ, ਗੁਰੂ ਸਾਹਿਬ ਗੁਰਸਿੱਖਾਂ ਨੂੰ ਇੱਥੇ ਹੀ ਕਵੀਆਂ ਦੀ ਸਭਾ ਲੱਗਦੀ ਸੀ, ਇੱਥੇ ਹੀ ਕਵਿਤਾਵਾਂ ਰਚੀਆਂ ਜਾਂਦੀਆਂ ਸਨ, ਇੱਥੇ ਹੀ ਦਸਤਾਰਾਂ ਸਜਾਈਆਂ ਇਸ ਥੜੇ ਦੇ ਉੱਤੇ। ਤਾਂ ਜਦੋਂ ਸਤਿਗੁਰੂ ਦਾ ਦਰਬਾਰ ਸਜਿਆ ਹੋਇਆ, ਤਵੱਜੋ ਦੇਣਾ, ਤੇ ਸਾਰੇ ਗੁਰਸਿੱਖ ਬੈਠੇ ਨੇ। ਇੱਕ ਗੁਰੂ ਕਾ ਪਿਆਰਾ ਨੌਜਵਾਨ ਆਇਆ, 40-42 ਸਾਲ ਦੀ ਉਮਰ ਹੈ, ਉਹਦਾ ਬੜਾ ਸੋਹਣਾ ਚਿਹਰਾ ਮੋਹਰਾ ਦਸਤਾਰਾ ਵੇਖ ਕੇ ਸਤਿਗੁਰਾਂ ਨੇ ਪਿਆਰ ਨਾਲ ਅੱਗੇ ਬੁਲਾ ਲਿਆ। ਅੱਗੇ ਬੁਲਾ ਕੇ ਕਿਹਾ ਵੀ ਤੇਰੀ ਦਸਤਾਰ ਬੜੀ ਵਧੀਆ ਲੱਗਦੀ ਹੈ, ਤੇਰੇ ਮੁਸ਼ਹਿਰੇ, ਤੇਰੇ ਕੇਸ ਬੜੇ ਸੋਹਣੇ ਲੱਗਦੇ ਨੇ, ਤੂੰ ਹਰ ਰੋਜ਼ ਮੇਰੇ ਅੱਗੇ ਬਹਿਣਾ, ਪਿੱਛੇ ਨਹੀਂ ਬਹਿਣਾ। ਬੜੇ ਖੁਸ਼ ਹੋਏ ਮਹਾਰਾਜ, ਤੂੰ ਮੇਰੇ ਕੋਲ ਬਵਿਆ ਕਰ ਅੱਗੇ ਆ ਕੇ। ਹੁਣ ਉਹਨੇ ਅੱਗੇ ਬਹਿਣਾ ਰੋਜ਼, ਤੇ ਇਹ ਛੋਟੀ ਗੱਲ ਨਹੀਂ। ਸਤਿਗੁਰੂ ਨੇ ਇੱਕ ਬੰਦੇ ਨੂੰ ਕਿਹਾ ਵੀ ਤੂੰ ਮੇਰੇ ਕੋਲ ਬਹੋ। ਇਹ ਛੋਟਾ ਮਾਣ ਨਹੀਂ, ਬੜਾ ਵੱਡਾ ਸਤਿਕਾਰ ਸੀ। ਬੈਠਦਾ ਰਿਹਾ। ਹੁਣ ਜਿੱਥੇ ਬਖਸ਼ਿਸ਼ ਸੀ, ਤਾਂ ਹੀ ਤੇ ਕਹਿੰਦੇ ਨੇ ਜਿੱਥੇ ਸਿੱਖੀ ਮੰਗੀਏ ਉੱਥੇ ਸਿੱਖੀ ਨੂੰ ਪਾਉਣ ਵਾਲਾ ਭਾਂਡਾ ਵੀ ਮੰਗ ਲਈਏ। ਨਿਮਰਤਾ ਦਾ ਭਾਂਡਾ ਹੋਵੇਗਾ ਤੇ ਸਿੱਖੀ ਟਿਕੇਗੀ ਨਹੀਂ, ਤੇ ਮਾਣ ਵੀ ਆ ਸਕਦਾ, ਹੰਕਾਰ ਵੀ ਆ ਸਕਦਾ। ਮਾਣ ਆ ਗਿਆ, ਤਵੱਜੋ ਦੇਣਾ।
ਸੋਚਿਆ ਸਤਿਗੁਰੂ ਨੇ ਮੈਨੂੰ ਆਪਣੇ ਕੋਲ ਬਿਠਾਇਆ ਹੈ, ਮਾਣ ਆ ਗਿਆ। ਹੁਣ ਪਹਿਲਾਂ ਵੀ ਘਰੋਂ ਆਉਂਦਾ ਸੀ, ਪਰ ਅੱਜ ਜਦੋਂ ਤਿਆਰ ਹੋਣ ਲੱਗਾ ਨਾ ਤੇ ਸ਼ੀਸ਼ੇ ਦੇ ਅੱਗੇ ਖਲੋ ਕੇ ਭਰਮ ਪੈ ਗਿਆ। ਭਰਮ ਕਾਹਦਾ ਸੀ? ਵੀ ਮੇਰਾ ਚਿਹਰਾ ਬੜਾ ਸੋਹਣਾ ਹੈ, ਮੇਰੀ ਦਸਤਾਰ ਬੜੀ ਸੋਹਣੀ ਹੈ, ਮੇਰਾ ਰੰਗ ਬੜਾ ਸੋਹਣਾ ਹੈ। ਗੁਰੂ ਗੋਬਿੰਦ ਸਿੰਘ ਤਾਂ ਮੈਨੂੰ ਅੱਗੇ ਬਿਠਾਉਂਦੇ ਨੇ, ਇਸ ਕਰਕੇ ਬਿਠਾਉਂਦੇ ਨੇ। ਜਦੋਂ ਇਹ ਭਰਮ ਪਿਆ, ਹੁਣ ਸ਼ੀਸ਼ੇ ਦੇ ਅੱਗੇ ਹੋਰ ਚੰਗੀ ਤਰ੍ਹਾਂ ਦਸਤਾਰ ਬੰਨ੍ਹਣ ਲੱਗਾ, ਚੰਗੀ ਤਰ੍ਹਾਂ ਆਪਣੇ ਚਿਹਰੇ ਵੱਲ ਵੇਖਿਆ। ਤੇ ਜਦੋਂ ਚਿਹਰੇ ਵੱਲ ਵੇਖਿਆ ਨਾ, ਕੀ ਵਹਿੰਦਾ ਹੈ? ਦਾੜੇ ਦੇ ਵਿੱਚ ਇੱਕ ਚਿੱਟੇ ਰੰਗ ਦਾ ਕੇਸ ਹੈ, ਇੱਕੋ ਹੀ, ਅਜੇ ਜ਼ਿਆਦੇ ਨਹੀਂ ਆਏ, ਇੱਕ ਕੇਸ। ਤੇ ਅੰਦਰੋਂ ਮਨ ਦੀ ਉਹ ਦੁਨੀਆ ਜਾਗ ਪਈ ਜਿਹੜੀ ਸੰਸਾਰਕ ਹੈ। ਅੰਦਰੋਂ ਆਵਾਜ਼ ਆਈ, ਮਣਾ ਗੁਰੂ ਗੋਬਿੰਦ ਸਿੰਘ ਤੈਨੂੰ ਸਭ ਤੋਂ ਅੱਗੇ ਬਿਠਾਉਂਦੇ ਨੇ, ਤੂੰ ਬੜਾ ਸੋਹਣਾ ਲੱਗਣਾ ਹੈ, ਬਸ ਜੇ ਤੇਰੇ ਵਿੱਚ ਥੋੜਾ ਜਿਹਾ ਨੁਕਸ ਹੈ ਤੇ ਆ ਇੱਕ ਚਿੱਟੇ ਕੇਸ ਦਾ ਹੈ, ਜੇ ਇਹਨੂੰ ਕੱਢਦਾ ਤੇ ਸ਼ਾਇਦ ਤੈਨੂੰ ਸਟੇਜ ਤੇ ਬਹਾ ਲੈਣਗੇ। ਵਿਆਖਿਆ ਆਪਣੀ ਵੱਖਰੀ ਕਰ ਦਿੱਤੀ, ਬਦਲ ਦਿੱਤੀ ਵਿਆਖਿਆ। ਸਾਧ ਸੰਗਤ ਜੀ ਪਾਇਆ ਉਸ, ਇਹਨੂੰ ਗੁਰਸਿੱਖਾਂ ਦੇ ਵਿੱਚ ਹੀਰਾ ਕਹਿੰਦੇ ਨੇ, ਹੀਰਾ, ਚਿੱਟੇ ਕੇਸ ਨੂੰ ਹੀਰਾ ਕਹਿੰਦੇ। ਉਹਨੂੰ ਪੁੱਟ ਦਿੱਤਾ ਖਿੱਚ ਕੇ। ਜਦੋਂ ਖਿੱਚ ਕੇ ਪੁੱਟ ਕੇ ਦਸਤਾਰ ਸਜਾ ਕੇ ਅੱਜ ਗੁਰੂ ਕੇ ਦਰਬਾਰ ਵਿੱਚ ਗਿਆ, ਨਮਸਕਾਰ ਕੀਤੀ, ਸਤਿਗੁਰਾਂ ਦੇ ਕੋਲ ਅੱਗੇ ਬਹਿਣ ਲੱਗਾ ਤੇ ਹੁਣ ਉਮੀਦ ਕੀਤੀ ਗੁਰੂ ਸਾਹਿਬ ਅੱਜ ਫਿਰ ਬੜੇ ਖੁਸ਼ ਹੋਣਗੇ। ਸਤਿਗੁਰੂ ਨੇ ਮੂੰਹ ਪਰਾ ਕਰ ਲਿਆ। ਇੱਕ ਸਿੱਖ ਨੂੰ ਕਹਿੰਦੇ ਨੇ, ਮੈਂ ਇਹਦੇ ਨਾਲ ਬੋਲਣਾ ਨਹੀਂ ਚਾਹੁੰਦਾ, ਇਹਨੂੰ ਕਹਿ ਦੇ ਮੇਰੀਆਂ ਅੱਖਾਂ ਤੋਂ ਪਾਸੇ ਹੋ ਜਾਏ, ਮੈਂ ਇਹਦੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ। ਹੈਰਾਨੀ ਦੀ ਗੱਲ ਸੀ, ਜਿਸ ਬੰਦੇ ਨੂੰ ਅੱਗੇ ਬਿਠਾਇਆ ਗਿਆ ਸੀ ਉਹਨੂੰ ਗੁਰੂ ਨੇ ਕਿਹਾ, ਅੱਜ ਮੈਂ ਤੈਨੂੰ ਵੇਖਣਾ ਹੀ ਨਹੀਂ ਚਾਹੁੰਦਾ। ਪਰ ਸਮਝ ਨਹੀਂ ਆਈ। ਸਿੱਖ ਨੇ ਕਿਹਾ ਵੀ ਤੇਰੇ ਵਾਸਤੇ ਹੁਕਮ ਹੈ, ਪਿੱਛੇ ਜਾ ਕੇ ਕਿਤੇ ਬੈਠ ਜਾ, ਤੂੰ ਇੱਥੇ ਬੈਠ ਨਹੀਂ ਸਕਦਾ। ਨਿਰਾਸ਼ ਹੋ ਕੇ ਪਿੱਛੇ ਬੈਠ ਗਿਆ। ਸਾਰਾ ਦੀਵਾਨ ਉਹਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਰਿਹਾ ਵੀ ਮੇਰੇ ਤੋਂ ਗਲਤੀ ਕੀ ਹੋਈ ਏ, ਮੈਂ ਤੇ ਅੱਜ ਪੂਰੀ ਤਰ੍ਹਾਂ ਜਵਾਨ ਹੋ ਕੇ ਆਇਆ। ਪਿੱਛੇ ਬੈਠਾ ਰਿਹਾ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਕੰਬਦੇ ਹੋਏ ਹੱਥਾਂ ਦੇ ਨਾਲ ਸਤਿਗੁਰਾਂ ਦੇ ਨੇੜੇ ਆਇਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਤੋਂ ਕੀ ਗੁਨਾਹ ਹੋਇਆ ਹੈ? ਪਹਿਲਾਂ ਸਤਿਕਾਰ ਨਾਲ ਅੱਗੇ ਬਿਠਾਉਂਦੇ ਸੀ, ਅੱਜ ਕਹਿੰਦੇ ਹੋ ਮੇਰੀ ਅੱਖਾਂ ਤੋਂ ਪਾਸੇ ਹੋ ਜਾ, ਕੀ ਕਾਰਨ ਹੈ? ਆਪ ਜੀ ਕਿਰਪਾ ਕਰਕੇ ਦੱਸੋ, ਮੈਂ ਕੀ ਗੁਨਾਹ ਕੀਤਾ ਹੈ? ਤੇ ਹਜ਼ੂਰ ਨੇ ਕਿਹਾ, ਗੁਰੂ ਕੇ ਸਿੱਖਾ ਤੂੰ ਭੁੱਲ ਗਿਓ, ਮੈਂ ਤੈਨੂੰ ਕਾਹਦੇ ਕਰਕੇ ਅੱਗੇ ਬਿਠਾਉਂਦਾ ਸੀ? ਕਹਿਣ ਲੱਗਾ, ਮੇਰੇ ਦਸਤਾਰੇ ਕਰਕੇ, ਮੇਰੇ ਰੰਗ ਕਰਕੇ, ਮੇਰੀ ਫੱਬ ਕਰਕੇ। ਹਜ਼ੂਰ ਨੇ ਕਿਹਾ, ਤੇਰਾ ਭੁਲੇਖਾ ਹੈ। ਉਹ ਸੱਜਣਾ, ਮੈਂ ਤੇ ਤਾਂ ਤੈਨੂੰ ਅੱਗੇ ਬਿਠਾਉਂਦਾ ਸੀ, ਤੇਰੀ ਸੁੰਦਰਤਾ ਵੇਖ ਕੇ ਤੇ ਤੇਰੇ ਕੇਸਾਂ ਦੇ ਵਿੱਚ ਇੱਕ ਚਿੱਟਾ ਕੇਸ ਵੇਖ ਕੇ, ਵੀ ਇਸ ਸਿੱਖ ਵਿੱਚ ਕਿੰਨੀ ਸਿੱਖੀ ਦੀ ਭਾਵਨਾ ਹੈ ਕਿ ਜਵਾਨੀ ਦੀ ਉਮਰ ਵਿੱਚ ਚਿੱਟਾ ਕੇਸ ਆਇਆ ਤੇ ਉਹਨੂੰ ਸੰਭਾਲ ਕੇ ਤੁਰਿਆ ਫਿਰਦਾ। ਮੈਂ ਤੇ ਤੇਰੇ ਕਾਲਿਆਂ ਕਰਕੇ ਅੱਗੇ ਨਹੀਂ ਸੀ ਬਿਠਾਉਂਦਾ, ਮੈਂ ਚਿੱਟਿਆਂ ਕਰਕੇ ਤੈਨੂੰ ਬਿਠਾਉਂਦਾ ਸੀ। ਗੁਰੂ ਦੀ ਵਿਆਖਿਆ ਆਪਣੀ। ਮੈਂ ਕਈ ਵਾਰੀ ਸੋਚਣਾ, ਉਹਨੇ ਇੱਕ ਚਿੱਟਾ ਪੁੱਟਿਆ ਤੇ ਗੁਰੂ ਨੇ ਕਿਹਾ ਮੈਂ ਤੇਰੇ ਵੱਲ ਵੇਖਣਾ ਨਹੀਂ, ਆਪਾਂ ਸਾਰੇ ਕਾਲੇ ਕਰ ਦਿੱਤੇ, ਕੀ ਬਣੇਗਾ ਹੁਣ ਅਸੀਂ ਵੇਖ ਲਈਏ। ਇਹ ਕਿਵੇਂ ਸਰੇਗਾ? ਉਹ ਤੇ ਇੱਕ ਦੀ ਗੱਲ ਸੀ, ਇਹ ਤੇ ਹਜ਼ਾਰਾਂ ਦੀ ਗੱਲ ਹੋ ਗਈ, ਕੋਈ ਹਿਸਾਬ ਕਿਤਾਬ। ਉਹ ਇੱਕ ਜਨਮ ਤੱਕ ਸੀ, ਇੱਥੇ ਤੇ ਹਜ਼ਾਰਾਂ ਜਨਮਾਂ ਦੀ ਗੱਲ ਚੱਲੇਗੀ। ਇਹ ਤਵੱਜੋ ਦੇਣਾ, ਧਿਆਨ ਦੇਣਾ। ਸਿੱਖੀ ਦੇ ਮੂਲ ਅਰਥ ਗਵਾਚ ਚੁੱਕੇ ਨੇ। ਅਸੀਂ ਵੀ ਲੋਕਾਂ ਨੂੰ ਖੁਸ਼ ਕਰਨ ਤੇ ਲੱਗੇ, ਗੱਲ ਨਹੀਂ ਕਵਾਂਗੇ, ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਅਸੀਂ ਵੀ ਸਵਾਰਥੀ ਤੇ ਵਪਾਰ ਕਰਨ ਵਾਸਤੇ ਤੁਰੇ ਹਾਂ। ਇਸ ਕਰਕੇ ਜਿਹੜੀ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਦਾਤ ਦਿੱਤੀ, ਉਹ ਸਵਾਸ ਸਿੱਖ ਦਾ ਜੀਵਨ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, 3 ਸਮੇਂ ਨੇ, ਉਸ ਵਿਸ਼ੇ ਵੱਲ ਵਾਪਸ ਮੁੜਾ ਸਮੇਂ ਵਿੱਚ ਰਹਿ ਕੇ, 3 ਸਮਿਆਂ ਦੇ ਵਿੱਚੋਂ ਭਵਿੱਖ ਜਿਹੜਾ ਹੈ, ਬਚਪਨ ਤੋਂ ਲੈ ਕੇ ਜਵਾਨੀ ਤੇ ਜਵਾਨੀ ਤੋਂ ਬੁਢੇਪਾ ਹੈ। ਬੰਦਾ ਜਵਾਨੀ ਤੋਂ ਅੱਗੇ ਨਹੀਂ ਜਾਣਾ ਚਾਹੁੰਦਾ, ਬਸ ਉੱਥੇ ਹੀ। ਕਿਸੇ ਨੂੰ ਪੁੱਛ ਕੇ ਵੇਖੋ, ਮੇਰਾ ਵੀ ਇਹ ਤਜਰਬਾ ਹੈ। ਜਿਹਨੂੰ ਕਹੋ, ਆ ਕਈ ਬੰਦੇ ਮੈਨੂੰ ਮਿਲੇ, ਮੈਨੂੰ 10 ਸਾਲ ਹੋ ਗਏ ਉਹਨਾਂ ਨੂੰ ਉਮਰ ਪੁੱਛਦਿਆਂ ਨੂੰ, 42 ਸਾਲ ਹੀ ਕਹਿੰਦੇ ਨੇ 10 ਸਾਲਾਂ ਦੀ। ਪਤਾ ਨਹੀਂ ਕੀ ਗੱਲ, ਘੜੀ ਖਲੋ ਗਈ ਜਾਂ ਕੈਲੰਡਰ ਉਹ ਹੀ ਚੱਲਦਾ ਹੈ, ਇਹ ਸਮਝ ਨਹੀਂ ਆਉਂਦੀ। ਜਦੋਂ ਪੁੱਛੀ ਆਏ ਸਾਲ, ਕਹਿੰਦੇ 42 ਹੀ ਸਾਲ। ਮੈਂ ਕਿਹਾ ਕੀ ਗੱਲ, ਜੀਵਨ ਚੱਲਦਾ ਵੀ ਹੈ ਕਿ ਖਲੋ ਹੀ ਗਿਆ ਕਿਤੇ?
ਚਲੋ ਜਾਂ ਤੇ ਬੰਦਾ ਇੱਥੇ ਰਹੇ ਨਾ, ਫਿਰ ਤੇ ਕਹਿੰਦੇ ਵੀ 42 ਸਾਲਾਂ ਦਾ ਸੀ, ਬਸ ਅੱਗੇ ਨਹੀਂ, ਹੱਦ ਹੋ ਗਈ। ਬਸ ਇਹ ਤੇ ਧਰਮ ਹੈ ਜਿਹਦੇ ਬੰਦਾ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕਰ ਰਿਹਾ। ਸਤਿਗੁਰੂ ਨੇ ਕਿਹਾ ਨਾ ਰੱਬ ਨੇ ਖੁਸ਼ ਹੋਣਾ ਤੀਰਥ ਨਹਾਉਣ ਨਾਲ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਨਾ ਉਹਨੇ ਹੋਣਾ ਬਹੁਤੀਆਂ ਸਮਾਧੀਆਂ ਨਾਲ ਖੁਸ਼, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਨਾ ਉਹਨੇ ਬਹੁਤੇ ਵਰਤਾਂ ਨਾਲ ਤੇ ਨਾ ਬਹੁਤਾ ਧਨ ਇਕੱਠਾ ਕਰਨ ਨਾਲ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਨਾ ਉਹਨੇ ਸਿਆਣਪਾਂ ਨਾਲ ਖੁਸ਼ ਹੋਣਾ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸੱਚੇ ਪਾਤਸ਼ਾਹ ਜੀ ਫਿਰ ਖੁਸ਼ ਕਾਹਦੇ ਨਾਲ ਹੋਣਾ? ਕਹਿਣ ਲੱਗੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਵਿੱਚ ਚੱਲ, ਉਹ ਜਿੱਧਰ ਤੈਨੂੰ ਉਹਨੇ ਤੋਰਿਆ। ਵੇਖ ਸਾਰੀ ਪ੍ਰਕਿਰਤੀ ਹੁਕਮ ਦੇ ਵਿੱਚ ਵਹਿ ਰਹੀ ਏ। ਹੁਕਮ ਹੋਇਆ ਬਸੰਤ ਆ ਗਈ, ਪੱਤੇ ਨਿਕਲ ਗਏ। ਕੋਈ ਰੁੱਖ ਨਹੀਂ ਕਹੇਗਾ ਵੀ ਮੈਂ ਪੱਤੇ ਨਾਲ ਹੀ ਰੱਖਣੇ ਨੇ। ਉਹ ਕਹਿੰਦਾ ਚਲੋ ਪਤਝੜ ਆ ਗਈ ਤੇ ਗਏ, ਸੁੱਕ ਗਏ, ਛੱਡ ਦਿੱਤੇ ਉਹਨੇ, ਨਾਲੋਂ ਲੈ ਕੇ ਡਿੱਗ ਪਏ। ਜਿਹਨੂੰ ਚੱਲਦੇ ਦੇ ਨਾਲ ਚੱਲਣ ਦੀ ਜਾਚ ਆ ਗਈ, ਉਹਦੇ ਅਰਥ ਨੇ ਇਹਨੇ ਹੁਕਮ ਬੁੱਝ ਲਿਆ। ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਬਸ ਕਹਿੰਦੇ ਸਤਿਗੁਰੂ ਕਹਿੰਦੇ ਤੂੰ ਚੱਲਦੇ ਦੇ ਨਾਲ ਚੱਲਦਾ ਨਹੀਂ ਤੇ ਖਲੋਤੇ ਦੇ ਨਾਲ ਖਲੋਤਾ ਨਹੀਂ, ਆਹ ਹੀ ਤੇਰਾ ਪਾਪ ਹੈ, ਹੋਰ ਕੋਈ ਨਹੀਂ। ਜਿਹੜੀ ਚੀਜ਼ ਤੇਰੇ ਵਿੱਚ ਖਲੋਤੀ ਏ, ਖੜੀ ਹੋਈ ਏ, ਇੱਕੋ ਥਾਂ ਤੇ ਹੈ, ਉਹਦੇ ਕੋਲ ਤੂੰ ਕਦੀ ਖਲੋਤਾ ਨਹੀਂ। ਉੱਥੇ ਤੂੰ ਘੁੰਮੀ ਜਾਂਦਾ ਅੰਦਰੋਂ ਮਾਨਸਿਕ ਤੌਰ ਤੇ, ਵਿਚਾਰਾਂ ਦੇ ਤੌਰ ਤੇ। ਉੱਥੇ ਖਲੋਣਾ ਸੀ, ਉੱਥੇ ਰੁਕਣਾ ਸੀ, ਉੱਥੇ ਟਿਕਣਾ ਸੀ, ਉੱਥੇ ਕਦੀ ਤੂੰ ਟਿਕਦਾ ਨਹੀਂ। ਉੱਥੇ ਅੱਗੇ ਦਾ ਅੱਗੇ ਤੁਰੀ ਜਾਣਾ, ਉੱਥੇ ਅੱਗੇ ਦਾ ਅੱਗੇ ਤੁਰੀ ਜਾਣਾ। ਤੇ ਜਿੱਥੇ ਤੁਰਨਾ ਸੀ ਉੱਥੇ ਤੂੰ ਖਲੋਣ ਦੀ ਕੋਸ਼ਿਸ਼ ਕਰ ਰਿਹਾ। ਸਰੀਰ ਦੇ ਤੌਰ ਤੇ ਤੁਰਨਾ ਸੀ, ਸਰੀਰ ਚੱਲ ਰਿਹਾ। ਤੇਰੀ ਜ਼ਿੰਦਗੀ ਦਾ ਜਿਹੜਾ ਬੈਲੈਂਸ ਤਾਂ ਹੀ ਗਵਾਚ ਗਿਆ। ਜਿੱਥੇ ਅੰਦਰ ਕੁਝ ਖਲੋਤਾ ਹੈ, ਅੰਦਰੋਂ ਅਸੀਂ ਝਾਤੀ ਮਾਰ ਕੇ ਵੇਖੀ ਉਮਰ ਵੱਧਦੀ ਹੈ ਅੰਦਰਲੇ ਦੀ, ਉੱਥੇ ਹੀ ਖੜਾ ਹੈ। ਉਹਨੂੰ ਕਹਿੰਦੇ ਅਕਾਲ, ਜਿੱਥੇ ਕੋਈ ਕਾਲ ਨਹੀਂ। ਉਹਦੇ ਨਾਲੋਂ ਵਿਛੜੇ ਨਾ ਬੰਦਾ। ਇਹਨੂੰ ਸੱਚੇ ਪਾਤਸ਼ਾਹ ਨੇ ਇਹ ਬਾਣੀ ਵਿੱਚ ਕਿਹਾ, ਪੜ੍ਹੀਏ ਇੱਕ ਵਾਰੀ ਸਾਰਿਆਂ ਨੇ ਕਿਰਪਾ ਕਰਨੀ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਬਸ ਫੁੱਲ ਟਹਿਣੀ ਨਾਲੋਂ ਟੁੱਟਾ ਨਹੀਂ ਤੇ ਮੁਰਝਾਇਆ ਨਹੀਂ। ਮਨੁੱਖੀ ਜੀਵਨ ਕਿਤਿਓਂ ਪੈਦਾ ਹੋਇਆ ਤੇ ਉੱਥੋਂ ਵਿਛੜ ਗਿਆ, ਟੁੱਟ ਗਿਆ। ਬਸ ਇਹਦੇ ਵਿੱਚ ਨੁਕਸ ਇੱਥੋਂ ਹੈ। ਆਹ ਹੀ ਪਾਪ ਹੈ, ਇਹ ਅਧਰਮ ਹੈ ਤੇ ਇਹ ਮਨਮੁਖਤਾ ਭੁੱਲ ਜਾਣਾ, ਯਾਦ ਨਿਕਲ ਜਾਣੀ ਵਿੱਚੋਂ। ਆ ਗੁਰੂ ਹਰਿਰਾਏ ਸਾਹਿਬ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ, ਉਹਨਾਂ ਦੇ ਜੀਵਨ ਦੀ ਕੁੱਲ 31 ਸਾਲ ਉਮਰ ਹੈ ਤੇ ਗੁਰੂ ਕੇ ਸਵਾਰੇ 13-14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬੈਠੇ। ਕਰੀਬ 17 ਸਾਲ ਸਿੱਖੀ ਨੂੰ ਉਪਦੇਸ਼ ਦਿੱਤਾ। ਉਹਨਾਂ ਨੇ ਵੀ, ਉਹਨਾਂ ਦੀ ਜ਼ਿੰਦਗੀ ਵਿੱਚ ਵੀ ਇਹ ਘਟਨਾ ਵਾਪਰੀ। ਘਟਨਾ ਸਾਂਝੀ ਕਰਦੇ ਹਾਂ ਕਿ ਟੁੱਟ ਜਾਣਾ ਪ੍ਰਵਾਨ ਨਹੀਂ, ਗੁਰੂ ਨੂੰ ਟੁੱਟਣਾ ਪ੍ਰਵਾਨ ਨਹੀਂ, ਜੁੜੇ ਰਹਿਣਾ ਪ੍ਰਵਾਨ। ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 6ਵੇਂ ਸਤਿਗੁਰੂ ਦਾਦਾ ਜੀ ਲੱਗਦੇ ਸੀ। ਹਰਿਰਾਏ ਸਾਹਿਬ ਜੀ ਪੋਤਰੇ ਸਨ ਤੇ ਦਾਦੇ ਦਾ ਪੋਤਰੇ ਨਾਲ ਵੈਸੇ ਸਨੇਹ ਹੁੰਦਾ ਹੀ ਹੈ। ਜੇ ਪੋਤਰੇ ਨੂੰ, ਬੱਚੇ ਨੂੰ ਬਾਪ ਪੈਸੇ ਨਾ ਦੇ ਤੇ ਉਹ ਚੋਰੀ ਦਾਦੇ ਤੋਂ ਲੈ ਲੈਂਦਾ। ਇਹ ਸਨੇਹ ਵੇ। ਤੁਸੀਂ ਕਦੀ ਵੇਖੋ
ਉਹਦੀ ਜੇਬ ਫੋਲ ਲਏਗਾ ਸੰਸਾਰਿਕ ਤੌਰ ਤੇ ਤੁਸੀਂ ਗੁਰੂਆਂ ਦੇ ਵਿੱਚ ਵੀ ਵੇਖੋ, ਗੁਰੂ ਰਾਮਦਾਸ ਜੀ ਦਾ, ਗੁਰੂ ਅਰਜਨ ਦੇਵ ਜੀ ਦੇ ਸਾਧ ਸੰਗਤ ਜੀ ਪੋਤਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਤੇ ਦੋਵਾਂ ਦਾ ਵੇਖੋ ਕਿੰਨਾ ਜੋੜ ਹੈ। ਦਾਦੇ ਨੇ ਵੀ ਸ਼ਹਾਦਤ ਦਿੱਤੀ ਤੇ ਪੋਤਰੇ ਨੇ ਵੀ ਸ਼ਹਾਦਤ ਦਿੱਤੀ, ਗੁਰੂ ਅਰਜਨ ਦੇਵ ਜੀ ਨੇ ਵੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਦੋਵਾਂ ਨੇ ਸ਼ਹਾਦਤ ਦਿੱਤੀ ਸ਼ਾਂਤਮਈ। ਦੂਜੇ ਪਾਸੇ ਵੇਖੋ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਦਾਦੇ ਨੇ ਵੀ ਖੰਡਾ ਫੜਿਆ ਤੇ ਪੋਤਰੇ ਨੇ ਵੀ ਖੰਡਾ ਫੜਿਆ, ਦੋਵਾਂ ਦਾ ਬੜਾ ਡੂੰਘਾ ਸਨੇਹ ਪਰ ਸੰਬੰਧ ਹੈ। ਇਸੇ ਤਰ੍ਹਾਂ ਬੇਨਤੀ ਕਰ ਰਿਹਾ ਸੀ ਵੀ ਟੁੱਟਣਾ ਗੁਰੂ ਨੂੰ ਪ੍ਰਵਾਨ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਤੂੰ ਟੁੱਟ ਗਿਆ, ਬਸ ਜਿਹਨੇ ਤੈਨੂੰ ਬਣਾਇਆ ਸੀ ਤੂੰ ਉਹਦੇ ਤੋਂ ਟੁੱਟ ਗਿਆ, ਇਸ ਕਰਕੇ ਤੂੰ ਬੁੱਝਿਆ ਜਾਂ ਤੁਰਿਆ ਫਿਰਨਾ। ਬਲਬ ਭਾਵੇਂ ਕਿੱਡੀ ਵੱਡੀ ਕੁਆਲਿਟੀ ਦਾ ਹੋਵੇ, ਜੇ ਉਹਦਾ ਸਵਿਚ ਹੀ ਆਫ ਹੋ ਜਾਏ ਜਾਂ ਉਹਦਾ ਕਨੈਕਸ਼ਨ ਤਾਰ ਹੀ ਟੁੱਟ ਜਾਏ, ਦੱਸੋ ਉਹਦੀ ਕੁਆਲਿਟੀ ਕੀ ਕਰੇਗੀ। ਬੰਦਾ ਬਹੁਤ ਵਧੀਆ ਹੈ, ਸਰੀਰ ਬੜਾ ਤਕੜਾ ਹੈ, ਮਾਇਆ ਬੜੀ ਇਹਦੇ ਕੋਲ, ਉੱਚੇ ਖਾਨਦਾਨ ਦਾ ਹੈ, ਪੜ੍ਹਿਆ ਲਿਖਿਆ ਬੜਿਆ, PhD ਕੀਤੀ ਹੈ, ਬਹੁਤ ਕੁਝ ਕੀਤਾ ਹੈ। ਬਲਬ ਤੇ ਬੜੀ ਕੁਆਲਿਟੀ ਦਾ, ਤਾਰ ਨਹੀਂ ਜੁੜੀ, ਬੁੱਝਿਆ ਪਿਆ ਜੀਵਨ, ਸੁੱਕਿਆ ਪਿਆ ਬੂਟਾ, ਜੜ ਨਹੀਂ ਲੱਗੀ ਜ਼ਮੀਨ ਵਿੱਚ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਸਤਵੇਂ ਸਤਿਗੁਰੂ ਆਪਣੇ ਦਾਦੇ ਦੇ ਨਾਲ ਅਜੇ ਗੁਰੂ ਨਹੀਂ ਸਨ ਬਣੇ, ਕੀਰਤਪੁਰ ਸਾਹਿਬ ਤੁਰੇ ਜਾ ਰਹੇ ਨੇ। ਛੇਵੇਂ ਪਾਤਸ਼ਾਹ ਅੱਗੇ ਅੱਗੇ ਸੈਰ ਕਰ ਰਹੇ ਨੇ ਬਾਗ ਵਿੱਚ, ਤੇ ਪੋਤਰਾ ਪਿੱਛੇ ਹਰਿਰਾਏ ਸਾਹਿਬ ਜੀ 13-14 ਸਾਲ ਦੀ ਉਮਰ ਵਿੱਚ ਪਿੱਛੇ ਤੁਰ ਰਹੇ ਨੇ। ਲੰਘਦਿਆਂ ਲੰਘਦਿਆਂ ਫੁੱਲ ਬੜੇ ਸੋਹਣੇ ਖਿੜੇ ਸਨ ਬਸੰਤ ਦੇ ਨਾਲ, ਤੇ ਕਹਿੰਦੇ ਨੇ ਗੁਰੂ ਹਰਿਰਾਏ ਸਾਹਿਬ ਜੀ 100 ਕਲੀਆਂ ਵਾਲਾ ਚੋਲਾ ਪਾਉਂਦੇ ਸੀ, 100 ਕਲੀਆਂ ਵਾਲਾ ਚੋਲਾ ਉਹਨਾਂ ਬਾਰੇ ਪ੍ਰਸਿੱਧ ਹੈ। ਪਿੱਛੇ ਪਿੱਛੇ ਜਾ ਰਹੇ ਨੇ, ਕਹਿੰਦੇ ਤੁਰਦਿਆਂ ਤੁਰਦਿਆਂ ਗੁਰੂ ਹਰਿਰਾਏ ਸਾਹਿਬ ਜੀ ਦੇ ਚੋਲੇ ਦਾ ਇੱਕ ਕੰਨੀ ਇੱਕ ਫੁੱਲ ਨੂੰ ਲੱਗੀ ਤੇ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਉੱਥੇ ਹੀ ਬਹਿ ਗਏ। ਗੁਰੂ ਹਰਗੋਬਿੰਦ ਸਾਹਿਬ ਤਾਂ ਅੱਗੇ ਚਲੇ ਗਏ, ਪਰ ਹਰਿਰਾਏ ਸਾਹਿਬ ਜੀ ਉੱਥੇ ਹੀ ਬੈਠੇ ਨੇ। ਚੌਂਕੜਾ ਮਾਰਿਆ, ਕਹਿੰਦੇ ਨੇ ਉਸ ਫੁੱਲ ਨੂੰ ਚੁੱਕਿਆ, ਆਪਣੀ ਝੋਲੀ ਵਿੱਚ ਗੋਦ ਵਿੱਚ ਰੱਖਿਆ, ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪਿਆ। ਇੱਥੋਂ ਤੱਕ ਗੱਲ ਚਲੀ ਗਈ, ਪਾਣੀ ਵਹੀ ਜਾ ਰਿਹਾ ਹੈ। ਸਿੱਖ ਨੇ ਜਾ ਕੇ ਦੌੜ ਕੇ ਛੇਵੇਂ ਪਾਤਸ਼ਾਹ ਨੂੰ ਦੱਸਿਆ ਵੀ ਤੁਹਾਡਾ ਪੋਤਾ ਤੇ ਪਿੱਛੇ ਬੈਠਾ ਹੈ, ਰੋ ਰਿਹਾ, ਪਤਾ ਨਹੀਂ ਕੀ ਗੱਲ, ਅੱਖਾਂ ਵਿੱਚੋਂ ਪਾਣੀ ਆ ਰਿਹਾ। ਪਿੱਛੇ ਮੁੜ ਕੇ ਆਏ, ਬਾਕੀ ਸੱਚ ਸੀ, ਹਰਿਰਾਏ ਸਾਹਿਬ ਜੀ ਦੀਆਂ ਅੱਖਾਂ ਵਿੱਚੋਂ ਪਾਣੀ ਗਿਰ ਰਿਹਾ ਸੀ। ਚੌਂਕੜਾ ਮਾਰ ਕੇ ਬੈਠੇ, ਉਹ ਟੁੱਟਾ ਹੋਇਆ ਫੁੱਲ ਝੋਲੀ ਵਿੱਚ ਰੱਖਿਆ, ਤੇ ਸਤਿਗੁਰੂ ਨੇ ਆ ਕੇ ਪੁੱਛਿਆ ਕੀ ਗੱਲ ਹਰਿਰਾਏ ਸਾਹਿਬ ਜੀ ਇੱਥੇ ਕਿਉਂ ਬੈਠੇ? ਕਹਿਣ ਲੱਗਾ ਮਹਾਰਾਜ, ਸਤਿਗੁਰੂ ਕਹਿਣ ਲੱਗੇ, ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਮਹਾਰਾਜ ਮੇਰੇ ਤੋਂ ਇੱਕ ਬੜੀ ਵੱਡੀ ਭੁੱਲ ਹੋਈ ਹੈ। ਕੀ ਭੁੱਲ ਹੋ ਗਈ? ਕਹਿਣ ਲੱਗੇ ਮੇਰੇ ਚੋਲੇ ਨਾਲ ਅੜ ਕੇ ਇੱਕ ਫੁੱਲ ਟਾਹਣੀ ਤੋਂ ਵੱਖਰਾ ਹੋ ਗਿਆ। ਕੋਲੋਂ ਕਿਸੇ ਸਿੱਖ ਨੇ ਕਿਹਾ ਫਿਰ ਕੀ ਹੋ ਗਿਆ, ਫੁੱਲ ਤੇ ਲੱਗਦੇ ਰਹਿੰਦੇ ਨੇ, ਟੁੱਟਦੇ ਰਹਿੰਦੇ। ਕਹਿੰਦੇ ਨਹੀਂ, ਜਿਹੜਾ ਫੁੱਲ ਟਾਹਣੀ ਨਾਲੋਂ ਟੁੱਟ ਗਿਆ ਉਹਦੀ ਮੌਤ ਹੋ ਗਈ, ਜਿਹੜਾ ਮਨ ਗੁਰੂ ਨਾਲੋਂ ਟੁੱਟ ਗਿਆ ਉਹਦੀ ਵੀ ਮੌਤ ਹੋ ਗਈ। ਟੁੱਟਣਾ ਮੈਨੂੰ ਪ੍ਰਵਾਨ ਨਹੀਂ। ਟੁੱਟਣਾ ਗਮੀ ਨੂੰ ਸਦਾ ਦੇਣ ਦੇ ਬਰਾਬਰ ਹੈ। ਸਤਿਗੁਰੂ ਨੇ ਬਾਂਹ ਫੜ ਕੇ ਉਠਾਇਆ, ਕਹਿਣ ਲੱਗੇ ਜੇ ਤੇਰੇ ਵਿੱਚ ਇੰਨੀ ਸੰਵੇਦਨਾ ਹੈ, ਕੋਮਲਤਾ ਹੈ, ਤੇ ਹਰਿਰਾਏ ਜੀ ਜੇ ਚੋਲਾ ਵੱਡਾ ਪਾਈਦਾ ਤੇ ਚੋਲਾ ਸੰਭਾਲ ਕੇ ਤੁਰੀਦਾ ਹੈ। ਜੇ ਚੋਲਾ ਵੱਡਾ ਪਾਈਦਾ ਤੇ ਚੋਲਾ ਸੰਭਾਲ ਕੇ ਤੁਰੀਦਾ ਹੈ। ਸਿੱਖ ਇਤਿਹਾਸ ਕਹਿੰਦਾ ਇੱਕ ਦਿਨ ਕਿਹਾ ਸੀ ਚੋਲਾ ਸੰਭਾਲ ਕੇ ਤੁਰੀਦਾ, ਇੱਕੋ ਦਿਨ ਇੱਕੋ ਵਾਰੀ ਕਿਹਾ ਸੀ। ਉਸੇ ਦਿਨ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣਾ ਚੋਲਾ ਇਕੱਠਾ ਕਰਕੇ ਸਾਈਡ ਤੋਂ ਇਸ ਤਰ੍ਹਾਂ ਫੜ ਲਿਆ। ਜਿਹੜੇ ਬਾਕੀ ਦੇ ਸਾਲ ਇਸ ਸਰੀਰ ਵਿੱਚ ਵਿਚਰੇ, ਸਾਰੀ ਉਮਰ ਕਦੀ ਚੋਲਾ ਛੱਡ ਕੇ ਨਹੀਂ ਤੁਰੇ, ਫੜ ਕੇ ਸਾਰੀ ਉਮਰ ਗੁਜ਼ਾਰੀ, ਕਿਉਂਕਿ ਗੁਰੂ ਨੇ ਇੱਕ ਵਾਰੀ ਕਹਿ ਦਿੱਤਾ ਸੀ। ਸਿੱਖੀ ਦਾ ਮਤਲਬ ਹੁਕਮ ਮੰਨਣਾ ਹੈ, ਸਿੱਖੀ ਵਿਗਿਆਨ ਨੂੰ ਨਹੀਂ ਮੰਨਦੀ। ਧਿਆਨ ਦੇਣਾ, ਠੀਕ ਹੈ। ਅੱਜ ਅਸੀਂ ਕਹਿ ਰਹੇ ਹਾਂ ਵਿਗਿਆਨ ਦਾ ਯੁੱਗ ਹੈ, ਸਿੱਧ ਕਰੋ ਸਿੱਧ ਕਰੋ। ਸਿੱਧ ਵੀ ਕਰਦੀ ਹੈ ਗੁਰਬਾਣੀ, ਬੜਾ ਕੁਝ ਸਿੱਧ ਕਰ ਸਕਦੀ।
सिद्ध तां कर सकती है, पर यह मत सोचना कि जो कुछ सिद्ध किया जाएगा वह अगला मन जाएगा, क्योंकि उन्हें मनना नहीं है। बिल्कुल ਇਹਦਾ कोई संबंध नहीं धर्म का सिद्ध करने नाल, क्योंकि इस तरह की घटना है, एक अन्ना आदमी कवे मेरे अगे सिद्ध करो भी सूरज है, वो सूरज बारे ਉਹਦੇ ਸਾਹਮਣੇ सबूत पेश ਕਰਨ ਨਾਲ ਉਹਨੂੰ सूरज नहीं दिसेगा। सूरज ਉਹਨੂੰ ਉਦੋਂ ਨਜ਼ਰ ਆਉਣਾ ਜਦੋਂ ਉਹਦੀਆਂ ਅੱਖਾਂ ਹੋਣਗੀਆਂ। ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਕੁਝ ਪ੍ਰੂਫ, ਇਹਦੇ ਕੋਈ ਉਦਾਹਰਨ ਜਾਂ ਇਸ ਤਰ੍ਹਾਂ ਦੇ ਸਿੱਧ ਕੀਤਾ ਜਾਏ, ਤਾਂ ਉਹਦੇ ਨਾਲੋਂ ਚੰਗਾ ਵੀ ਆਪਾਂ ਨੂੰ ਸਿੱਖੀ ਦੀਆਂ ਅੱਖਾਂ ਮਿਲ ਜਾਣ, ਆਪਾਂ ਆਪ ਹੀ ਵੇਖ ਲਈਏ। ਨਾਨਕ ਗਿਆ ਜਾਪੈ ਜਾਏ, ਗੁਰੂ ਨਾਨਕ ਦੇਵ ਜੀ ਕਹਿੰਦੇ ਜਾਣ ਨਾਲ ਹੀ ਜਾਪੇਗਾ ਵੀ ਕੀ ਉੱਥੇ, ਦੱਸਣ ਨਾਲ ਨਹੀਂ ਜਾਪੇਗਾ। ਨਾਨਕ ਗਿਆ, ਜਿਹੜੇ ਗਏ ਨੇ ਉੱਥੇ, ਜਾਪੈ, ਜਾਪੈ ਦਾ ਅਰਥ ਪਹਿਚਾਨ ਲੈਣਾ, ਜਾਏ ਉਸ ਥਾਂ ਤੇ ਜਾ ਕੇ ਹੀ ਪਤਾ ਲੱਗੇਗਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ, ਮੰਨੇਗਾ ਤੇ ਪਤਾ ਲੱਗੇਗਾ, ਨਹੀਂ ਤਾਂ ਨਹੀਂ ਲੱਗੇਗਾ। ਟਾਈਮ ਨਹੀਂ ਖਰਾਬ ਕਰਨਾ ਚਾਹੀਦਾ, ਮੰਨਾਂਗੇ ਤੇ ਤੁਰਾਂਗੇ। ਇੱਕ ਵਾਰੀ ਗੁਰੂ ਨੇ ਕਿਹਾ ਚੋਲਾ ਫੜ ਕੇ ਤੁਰ। ਗੁਰੂ ਹਰਿਰਾਏ ਸਾਹਿਬ ਜੀ ਨੇ ਚੋਲਾ ਫੜਨ ਦੇ ਅਰਥ ਨਹੀਂ ਪੁੱਛੇ ਵੀ ਇਹਦੇ ਕੀ ਅਰਥ ਨੇ, ਫੜ ਲਿਆ, ਹੁਕਮ ਹੈ, ਕਹਿ ਦਿੱਤਾ, ਬਸ ਕਰਨਾ। ਅਸਲ ਵਿੱਚ ਸਿੱਖ ਉਦੋਂ ਸਿੱਖ ਹੀ ਨਹੀਂ ਰਿਹਾ ਜਦੋਂ ਉਹਨੇ ਆਪਣੇ ਗੁਰੂ ਨੂੰ ਪੁੱਛਿਆ ਪਾਠ ਕਿਉਂ ਕਰਨਾ ਹੈ, ਅੰਮ੍ਰਿਤ ਵੇਲੇ ਕਿਉਂ ਜਾਗਣਾ ਹੈ, ਅੰਮ੍ਰਿਤ ਕਿਉਂ ਛਕਣਾ ਹੈ, ਕੇਸ ਕਿਉਂ ਰੱਖਣੇ। ਉਦੋਂ ਸਿੱਖ ਹੈ ਨਹੀਂ, ਉਦੋਂ ਇੱਕ ਹੋਰ ਭਾਸ਼ਾ ਵਿੱਚ ਉਹ ਗੁਰੂ ਨੂੰ ਪੁੱਛ ਰਿਹਾ। ਉਹਦਾ ਤੇ ਸਿਧਾਂਤ ਤੇ ਸਿੱਖੀ ਦਾ ਬਿਲਕੁਲ ਇੱਥੇ ਖੜਾ, ਜਿਹਨੂੰ ਗੁਰੂ ਰਾਮਦਾਸ ਮਹਾਰਾਜ ਆਪਣੇ ਲਫ਼ਜ਼ਾਂ ਵਿੱਚ ਕਹਿੰਦੇ। ਉੱਥੇ ਕੋਈ ਉਕਤ ਨਹੀਂ, ਉੱਥੇ ਕੋਈ ਦਲੀਲ ਨਹੀਂ, ਉੱਥੇ ਕੋਈ ਬਹਿਸ ਨਹੀਂ ਕੀਤੀ ਜਾ ਸਕਦੀ, ਵਕਾਲਤ ਨਹੀਂ ਉੱਥੇ ਕੀਤੀ ਜਾ ਸਕਦੀ। ਉਸ ਥਾਂ ਤੇ ਇੱਕੋ ਸਿਧਾਂਤ ਕੰਮ ਕਰਦਾ ਹੈ, ਜਿਹਨੂੰ ਸਾਹਿਬ ਕਹਿੰਦੇ ਜੋ ਗੁਰ ਕਹੈ ਸੋਈ ਭਲ ਮਾਨੋ। ਉਹ ਕਰਨਾ ਪਏਗਾ ਜੇ ਕੁਝ ਲੈਣਾ ਹੈ, ਨਹੀਂ ਤਾਂ ਫਿਰ ਇਹ ਵਾਜੇ ਜੇ ਤਾਂ ਵੱਜਦੇ ਫਿਰਦੇ ਨੇ, ਨਾ ਕੋਈ ਸਾਡਾ ਬਣਦਾ ਨਾ ਕੁਝ ਹੁੰਦਾ, ਨਾ ਅਸੀਂ ਕੋਈ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰ ਸਕਨੇ ਆ ਵੀ ਅਸੀਂ ਕੁਝ ਮਿਲਿਆ ਸਾਨੂੰ। ਉੱਥੋਂ ਹੀ ਸਾਰਾ ਕੁਝ ਇਹ ਦਰਿਆ ਸੁੱਕ ਜਾਂਦਾ। ਇਸ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਨੇ ਉਸ ਦਿਨ ਸਤਿਗੁਰੂ ਨੇ ਉਪਦੇਸ਼ ਦਿੱਤਾ ਬਈ ਤੁਸੀਂ ਫੁੱਲ ਟੁੱਟਣ ਨਹੀਂ ਦੇਣੇ, ਫੁੱਲਾਂ ਨੂੰ ਜੋੜਨਾ ਹੈ। ਤੁਸੀਂ ਮਨਾਂ ਨੂੰ ਗੁਰੂ ਨਾਲ ਜੋੜਨਾ ਹੈ, ਜੀਵਨ ਖਿੜਿਆ ਰਹੇ। ਇਹ ਗੁਰੂ ਦਾ ਮਿੱਠਾ ਉਪਦੇਸ਼, ਜੀਵਨ ਦਾ ਖੇੜਾ, ਆਨੰਦ। ਹਾਂ ਦੂਜਾ ਵੀ ਕੌੜਾ ਵੀ ਹੈ, ਜੇ ਕੀੜਾ ਲੱਗ ਜਾਏ ਤੇ ਸਪਰੇਅ ਵੀ ਹੈ ਵਿੱਚ, ਉਹ ਅਸੀਂ ਉਹਦੇ ਤੋਂ ਅਸੀਂ ਭੱਜ ਗਏ। ਕੌੜੀ ਚੀਜ਼ ਨਹੀਂ ਸਾਨੂੰ ਪਸੰਦ ਆਉਂਦੀ। ਅੱਜ ਕੱਲ ਤੇ ਉਪਦੇਸ਼ ਲੋਕਾਂ ਨੂੰ ਪੁੱਛ ਕੇ ਦੇ ਰਹੇ ਨੇ ਲੋਕ ਕਿਹੜੀ ਚੀਜ਼, ਕਲਾਕਾਰੀ ਹੋ ਗਈ। ਧਰਮ ਜਿਹੜਾ ਹੈ ਕਲਾਕਾਰੀ ਹੈ ਵੀ ਕਿਹੜੀ ਚੀਜ਼ ਨੂੰ ਲੋਕ ਪਸੰਦ ਕਰ ਰਹੇ ਨੇ, ਲੋਕਾਂ ਨੂੰ ਪੁੱਛਿਆ ਜਾਏ। ਇਹ ਉਸ ਤਰ੍ਹਾਂ ਦੀ ਹਾਲਾਤ ਹੈ, ਇਹ ਉਸ ਤਰ੍ਹਾਂ ਦੀ ਹਾਲਾਤ ਬਣ ਗਈ। ਮੈਂ ਇੱਕ ਬੱਸ ਵਿੱਚ ਸੀ ਕਿਤੇ, ਬਹੁਤ ਸਮਾਂ ਹੋ ਗਿਆ, ਤਾਂ ਕੋਈ ਨਵਾਂ ਕਨੈਕਟਰ ਲੱਗਿਆ ਇੰਡੀਆ ਵਿੱਚੋਂ, ਟਿਕਟਾਂ ਕੱਟਦੇ ਨੇ। ਤਾਂ ਉਹ ਇੱਕ ਸਵਾਰੀ ਦੀ ਟਿਕਟ ਕੱਟਣ ਲੱਗਾ ਤੇ ਉਹਨੇ ਪੁੱਛਿਆ ਵੀ ਤੂੰ ਕਿੱਥੇ ਜਾਣਾ ਹੈ, ਕਨੈਕਟਰ ਪੁੱਛਦਾ ਸਵਾਰੀ ਨੂੰ। ਉਹਨੇ ਦੱਸ ਦਿੱਤਾ ਅਗਲੇ ਅੱਡੇ ਦਾ ਨਾਂ। ਕਹਿਣ ਲੱਗਾ ਉੱਥੋਂ ਦੇ ਪੈਸੇ ਕਿੰਨੇ ਲੱਗਦੇ ਨੇ, ਤੂੰ ਦੱਸ। ਉਹਦੇ ਤੋਂ ਪੁੱਛਿਆ। ਅੱਜ ਕੱਲ ਦੇ ਧਰਮ ਦੀ ਇਹ ਵਿਆਖਿਆ ਹੋ ਗਈ ਕਿ ਜਿਹੜਾ ਮਰੀਜ਼ ਹੈ ਉਹ ਵੈਦ ਨੂੰ ਦੱਸੇ ਮੈਂ ਦਵਾਈ ਕਿਹੜੀ ਲੈਣੀ ਹੈ, ਪੁੱਛ ਰਹੇ ਨੇ। ਕਿਉਂਕਿ ਜਿੰਨਾ ਅੱਜ ਦਾ ਧਾਰਮਿਕ ਢਾਂਚਾ ਉਪਦੇਸ਼ ਦੇਣ ਵਾਲਾ ਕਮਜ਼ੋਰ ਹੋਇਆ, ਸ਼ਾਇਦ ਇਸ ਤੋਂ ਪਹਿਲਾਂ ਕਦੀ ਹੋਇਆ ਹੋਵੇ। ਔਰ ਜਿੰਨੇ ਉਹਦੇ ਹੱਥ ਵੱਢ ਦਿੱਤੇ ਗਏ ਨੇ, ਜਿੰਨਾ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ। ਤੁਸੀਂ ਵੇਖ ਹੀ ਸਕਦੇ ਹੋ, ਉੱਪਰ ਤੋਂ ਲੈ ਕੇ ਥੱਲੇ ਤੱਕ, ਅਕਾਲ ਤਖਤ ਸਾਹਿਬ ਤੋਂ ਲੈ ਕੇ ਹਰ ਇੱਕ ਥਾਂ ਤੱਕ ਜਿਸ ਬੰਦੇ ਨੇ ਧਰਮ ਦੀ ਗੱਲ ਕਰਨੀ, ਉਹਦੀ ਪਾਵਰ ਹੈ ਹੀ ਕਿੱਥੇ ਸ਼ਕਤੀ ਉਹਦੇ ਕੋਲ। ਉਹਦੇ ਵਿਚਾਰਾ ਕੰਬੀ ਜਾਂਦਾ। ਇੱਕ ਬੰਦਾ ਬਾਹਰੋਂ ਆ ਗਿਆ, ਉਹਨੂੰ ਪਤਾ ਵੀ ਫਲਾਣਾ ਸਿੰਘ ਆ ਗਿਆ ਜੀ, ਸ਼ਬਦ ਹੀ ਬਦਲ ਜਾਂਦੇ। ਉਹਨੇ ਉਹ ਗੱਲ ਵਿੱਚ ਹੀ ਛੱਡ ਦੇਣੀ, ਉਹਨੇ ਬੰਦੇ ਨੂੰ ਵੇਖ ਕੇ ਵਿਆਖਿਆ ਬਦਲ ਦੇਣੀ ਵੀ ਆ ਗਏ ਪ੍ਰਧਾਨ ਜੀ, ਬਦਲ ਦਿਓ ਕਥਾ। ਫਰਕ ਪੈ ਗਿਆ।
ਇਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਵੀ ਕੂੜ ਬੋਲ ਕਰੈ ਆਹਾਰ, ਝੂਠ ਬੋਲ ਕੇ ਖਾ ਰਿਹਾ ਆਦਮੀ। ਇਹ ਤਰੀਕਾ ਜਿੰਨਾ ਉਹਦੇ ਹੁਣ ਜਿਹੜੇ ਰਾਈਟ ਅਧਿਕਾਰ ਸਨ ਖਤਮ ਕਰ ਦਿੱਤੇ ਗਏ ਨੇ, ਮੇਰੇ ਖਿਆਲ ਵਿੱਚ ਸਿੱਖ ਧਰਮ ਵਿੱਚ ਕਦੀ ਖਤਮ ਨਹੀਂ ਕੀਤੇ ਗਏ। ਤੇ ਜੇ ਕੋਈ ਆਪਣੇ ਅਧਿਕਾਰ ਦੀ ਵਰਤੋਂ ਕਰਦਾ ਹੈ, ਹਾਂ ਇੱਕ ਚੀਜ਼ ਜ਼ਰੂਰ ਹੈ, ਜਿਹੜੀ ਚੀਜ਼ ਦੀ ਵਰਤੋਂ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ ਉਹ ਚੀਜ਼ ਵੱਖਰੀ ਸੀ। ਜੇ ਲੋਕ, ਜੇ ਸੰਗਤ ਉਸ ਸੱਚ ਨਾਲ ਸਹਿਮਤ ਹੈ, ਉੱਥੇ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਅੜ ਸਕਦੀ। ਇਹੀ ਵਰਤਿਆ ਸੀ ਜਿੱਦਣ ਗੁਰੂ ਨਾਨਕ ਦੇਵ ਜੀ ਨੂੰ ਮਲਕ ਭਾਗੋ ਨੇ ਬੁਲਾਇਆ ਸੀ ਆਪਣੇ ਘਰ, ਬਈ ਤੁਸੀਂ ਮੇਰੇ ਘਰ ਰੋਟੀ ਖਾਓ। ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ, ਕਿਹਾ ਬਈ ਤੇਰੀਆਂ ਪੂਰੀਆਂ ਦੇ ਵਿੱਚ ਗਰੀਬਾਂ ਦਾ ਲਹੂ ਹੈ, ਨਿਚੋੜ ਕੇ ਵੀ ਵਿਖਾ ਦਿੱਤਾ। ਤੇ ਇਸ ਭਾਈ ਲਾਲੋ ਦੇ ਪ੍ਰਸ਼ਾਦੇ ਦੇ ਵਿੱਚ ਦੁੱਧ, ਤੁਸੀਂ ਵੇਖੀ ਹੋਣੀ ਤਸਵੀਰ, ਹੁਣ ਤਾਂ ਤਸਵੀਰਾਂ ਵੀ ਬੰਦ ਕਰਾਈ ਜਾਂਦੇ ਆ ਵੀ ਇਤਿਹਾਸ ਸਾਰਾ ਖਤਮ ਹੋ ਜਾਏ, ਯਾਦਗਾਰ ਖਤਮ ਹੋ ਜਾਏ। ਬਹੁਤੇ ਪੜ ਗਏ ਸਿੱਖ, ਇੰਨੇ ਸਿਆਣੇ ਹੋ ਗਏ। ਆ ਮੈਨੂੰ ਕਿਤੇ ਕਿਤੇ ਸਿੰਘ ਸੁਣਾਉਂਦੇ ਵੀ ਗੁਰੂ ਸਾਹਿਬ ਨੇ ਕਿਸੇ ਮੈਕਸੀਕਨ ਨੂੰ ਉਪਦੇਸ਼ ਦਿੱਤਾ, ਕਿਸੇ ਅਫਰੀਕਨ ਨੂੰ ਦਿੱਤਾ, ਕਿਸੇ ਮੁਸਲਮਾਨ ਨੂੰ ਦਿੱਤਾ। ਮੈਂ ਸੋਚਿਆ ਵੀ ਹੋਣਾ ਹੀ ਹੈ, ਕਿਉਂਕਿ ਆਪਾਂ ਤੇ ਹੁਣ ਲੈਣਾ ਨਹੀਂ, ਹੁਣ ਦੂਜਿਆਂ ਨੂੰ ਦੇਣਾ ਪੈਣਾ ਗੁਰੂ ਨੂੰ ਉਪਦੇਸ਼। ਆਪਾਂ ਤੇ ਭਰੋਸਾ ਕਰਦੇ ਹੀ ਨਹੀਂ ਵੀ ਗੁਰੂ ਵੀ ਹੈ ਕਿਤੇ, ਉਹਨਾਂ ਨੂੰ ਦੇਣਾ, ਕਿਉਂਕਿ ਅਸੀਂ ਇੱਥੇ ਬਹੁਤ ਸੁੱਕ ਗਏ ਹਾਂ ਵਿਚਾਰਧਾਰਾ ਵਿੱਚ, ਖੁਸ਼ਕ ਹੋ ਗਏ ਬਿਲਕੁਲ। ਤਾਂ ਇਸ ਥਾਂ ਤੇ ਬੇਨਤੀ ਕਰ ਰਿਹਾ ਸੀ ਕਿ ਜੇ ਇਹ ਜਿਹੜਾ ਮਲਕ ਭਾਗੋ ਦੇ ਘਰ ਜਦੋਂ ਗਏ ਤਾਂ ਗੁਰੂ ਸਾਹਿਬ ਨੇ ਨਿਚੋੜ ਕੇ ਵਿਖਾ ਦਿੱਤਾ ਵੀ ਇਹ ਤੇਰਾ ਜਿਹੜਾ ਕਮਾਈ ਹੈ ਇਹ ਨਜਾਇਜ਼ ਹੈ, ਇਹਦੇ ਵਿੱਚ ਖੂਨ। ਤਾਂ ਉਹਨੇ ਕਿਹਾ ਵੀ ਇੰਨੇ ਪੰਡਤ ਆ ਵੇਖੋ, ਕਿਉਂਕਿ ਉਹਨੇ ਆਪਣੇ ਜਿਹੜਾ ਉਹਦਾ ਬ੍ਰਹਮ ਭੋਜ ਸੀ ਨਾ, ਉਹਨੇ ਏਮਨਾਬਾਦ ਦੇ ਸਾਰੇ ਵੱਡੇ ਵੱਡੇ ਬ੍ਰਾਹਮਣ, ਬੜੇ ਬੜੇ ਵੱਡੇ ਜਨੇਊ ਟਿੱਕੇ ਧੋਤੀਆਂ ਲਾਈਆਂ, ਸਾਰੇ ਬੈਠੇ ਹੋਏ ਸੀ ਲਾਈਨਾਂ ਲਾ ਕੇ। ਤੇ ਉਹ ਸੱਚਾ ਸੀ ਆਪਣੇ ਪੱਖੋਂ। ਮਲਕ ਭਾਗੋ ਨੇ ਕਿਹਾ ਮਹਾਰਾਜ ਇਹ ਵੀ ਤਾਂ ਆਏ ਨੇ, ਵੇਖੋ ਇਹ ਵੀ ਤਾਂ ਉਹੀ ਲੋਕ ਨੇ, ਧਰਮੀ ਨੇ, ਵੇਖੋ ਕਿੰਨੇ ਸੋਹਣੇ ਕੱਪੜੇ, ਕਿੰਨੀਆਂ ਸੋਹਣੀਆਂ ਮਾਲਾਂ, ਇਹ ਵੀ ਤਾਂ ਸੰਤ ਹੀ ਨੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਮਲਕ ਭਾਗੋ ਇਹ ਰੱਬ ਦੇ ਸੰਤ ਨਹੀਂ, ਇਹ ਤੇਰੇ ਸੰਤ ਨੇ, ਇਹ ਤੇਰੇ ਨੇ, ਇਹ ਤੇਰੇ ਤੋਂ ਡਰਦੇ ਨੇ, ਤੇਰੇ ਤੋਂ ਪੁੱਛ ਕੇ ਤੁਰਦੇ ਨੇ, ਇਹ ਤੂੰ ਪੈਦਾ ਕੀਤੇ ਨੇ। ਰੱਬ ਦਾ ਸੰਤ ਬਣਾਇਆ ਨਹੀਂ ਜਾਂਦਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਦਾ ਆਪਣਾ ਸੁਭਾਅ ਵੀ ਇਸ ਤਰ੍ਹਾਂ ਹੈ ਜਿਵੇਂ ਗੁਰੂ ਸਾਹਿਬ ਨੇ ਕਿਹਾ ਇਹ ਤੇਰੇ ਬਣਾਏ ਹੋਏ ਨੇ। ਇਹ ਵਿਚਾਰੇ ਕਰਨਗੇ ਵੀ ਕੀ, ਇਹਨਾਂ ਨੇ ਕੀ ਕਹਿਣਾ। ਪਰ ਗੁਰੂ ਸਾਹਿਬ ਨੂੰ ਉਹਨੇ ਪ੍ਰਵਾਨ ਨਹੀਂ ਕੀਤਾ, ਬਾਅਦ ਵਿੱਚ ਪ੍ਰਵਾਨ ਕੀਤਾ। ਤੇ ਜਿਸ ਵੇਲੇ ਬਾਬਰ ਆਇਆ ਸੀ, ਬਾਬਰ ਨੇ ਆਪਣੀ ਤਾਕਤ ਵਰਤੀ, ਪਰ ਗੁਰੂ ਸਾਹਿਬ ਉੱਥੇ ਵੀ ਆਪਣੇ ਰਾਹ ਤੇ ਤੁਰੇ। ਤੇ ਸਤਿਗੁਰੂ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਬਾਬਰ ਤੂੰ ਤਾਕਤ ਨਾਲ ਲੋਕਾਂ ਤੇ ਰਾਜ ਕਰਨਾ ਹੈ, ਤੂੰ ਲੋਕਾਂ ਦੇ ਦਿਮਾਗ ਤੇ ਰਾਜ ਕਰਨਾ ਹੈ, ਮੈਂ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ, ਉਹਨਾਂ ਦੇ ਅੰਦਰ ਰਾਜ। ਤੂੰ ਸਿਸਟਮ ਨਾਲ ਉਹਨਾਂ ਤੇ ਰਾਜ ਕਰ ਰਿਹਾ, ਮੈਂ ਸੱਚਾਈ ਨਾਲ ਉਹਨਾਂ ਤੇ ਰਾਜ ਕਰ ਰਿਹਾ। ਰਾਜ ਗੁਰੂ ਨਾਨਕ ਦਾ ਵੀ ਹੈ। ਇਸ ਕਰਕੇ ਜਿਸ ਵਿਸ਼ੇ ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਕਾਲ ਤੇ ਅਕਾਲ, ਸਮਾਂ, ਜਿੱਥੋਂ ਆਪਾਂ ਅੱਗੇ ਚਲੇ ਗਏ, ਕਾਲ ਦੇ ਵਿੱਚੋਂ ਨਿਕਲ ਕੇ ਸਿੱਖ ਨੇ ਅਕਾਲ ਨਾਲ ਜੁੜਨਾ ਹੈ। ਅਕਾਲ ਦਾ ਮਤਲਬ ਜਿੱਥੇ ਸਮਾਂ ਨਹੀਂ ਰਹਿੰਦਾ। ਹੁਣ ਵੀ ਜੇ ਅਸੀਂ ਤਿੰਨ ਚੀਜ਼ਾਂ ਨੂੰ ਭੁੱਲ ਜਾਈਏ ਸੰਗਤ ਕਰਨ ਲੱਗਿਆਂ, ਸਮੇਂ ਨੂੰ, ਸਥਾਨ ਨੂੰ ਤੇ ਸਰੀਰ ਨੂੰ, ਉੱਥੇ ਆਨੰਦ ਸ਼ੁਰੂ ਹੋ ਜਾਏਗਾ। ਤਿੰਨ ਚੀਜ਼ਾਂ ਖਤਮ ਹੋ ਗਈਆਂ। ਆਨੰਦ ਜਿਹੜਾ ਲੈਣਾ, ਇਹ ਤਿੰਨ ਚੀਜ਼ਾਂ ਰੁਕਾਵਟ ਨੇ। ਅਸੀਂ ਇਹਨਾਂ ਚੀਜ਼ਾਂ ਨੂੰ ਕਦੀ ਇੱਥੇ ਭੁੱਲਦੇ ਨਹੀਂ, ਉਹਨਾਂ ਵਿੱਚ ਫਸੇ ਰਹਿੰਦੇ ਹਾਂ। ਸਮੇਂ ਵਿੱਚ, ਥਾਂ ਵਿੱਚ, ਬਈ ਥਾਂ ਕਿਹੜੀ ਹੈ, ਔਰ ਇਹਦੇ ਤੋਂ ਅੱਗੇ ਗੁਰੂ ਕੇ ਸਵਾਰਿਓ ਅਗਲੀ ਚੀਜ਼ ਹੈ ਸਰੀਰ ਮੈਂ ਕੌਣ। ਇਹਨਾਂ ਵਿਚਾਰਾਂ ਵਿੱਚ ਫਸੇ ਰਹਿੰਦੇ ਹਾਂ। ਇਸ ਕਰਕੇ ਅਸੀਂ ਕਾਲ ਦੇ ਚੱਕਰ ਵਿੱਚ ਫਸੇ ਰਹਿੰਦੇ, ਕਾਲ ਸਮੇਂ ਦੇ ਵਿੱਚ। ਪਰ ਜਿਹੜਾ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਉਹ ਕਾਲ ਨੂੰ ਪਾਰ ਕਰ ਗਿਆ, ਸਮੇਂ ਨੂੰ ਪਾਰ ਕਰ ਗਿਆ। ਤੇ ਜਿੱਥੇ ਸਮਾਂ ਮੁੱਕਦਾ, ਖਤਮ ਹੁੰਦਾ ਹੈ, ਉੱਥੇ ਆਨੰਦ ਦੀ ਸ਼ੁਰੂਆਤ ਹੁੰਦੀ। ਕੋਈ ਵੀ ਚੀਜ਼ ਹੈ
ਜਿੱਥੇ ਸਮੇਂ ਦਾ ਚੇਤਾ ਭੁੱਲਦਾ ਜਾਂ ਸਮੇਂ ਤੋਂ ਪਾਰ ਆਦਮੀ ਚਲਾ ਜਾਂਦਾ, ਉੱਥੇ ਸੁੱਖ ਦੀ ਸ਼ੁਰੂਆਤ ਹੁੰਦੀ ਹੈ। ਆ ਛੋਟਾ ਜਿਹਾ ਉਦਾਹਰਨ ਹੈ। ਨੀਂਦ ਵਿੱਚ ਹੀ ਬੰਦੇ ਨੂੰ ਸਿਰਫ ਸਕੂਨ ਤੇ ਸੁੱਖ ਮਿਲਦਾ ਹੈ। ਨੀਂਦ ਦੇ ਅਰਥ ਕੀ ਨੇ? ਨੀਂਦ ਦਾ ਅਰਥ ਸਮਾਂ ਭੁੱਲ ਗਿਆ, ਕਿੰਨੇ ਵਜੇ, ਸਮਾਂ ਭੁੱਲਣ ਦੀ ਦੇਰ ਸੀ, ਸੁੱਖ ਸ਼ੁਰੂ ਹੋ ਗਿਆ। ਇਸ ਤਰ੍ਹਾਂ ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜੇ ਨੇ, ਉਹ ਸਮੇਂ ਤੋਂ ਪਾਰ ਚਲੇ ਗਏ, ਸਮੇਂ ਤੋਂ ਅੱਗੇ ਨਿਕਲ ਗਏ। ਉੱਥੇ ਸੁੱਖ ਦੀ ਬਰਸਾਤ ਸ਼ੁਰੂ ਹੋਈ, ਆਨੰਦ ਦੀ ਬਰਸਾਤ ਸ਼ੁਰੂ ਹੋਈ। ਸੋ ਆਓ ਕੁਝ ਮਿੰਟਾਂ ਵਾਸਤੇ ਆਪਾਂ ਕੱਲ ਵਾਂਗ ਫਿਰ ਗੁਰੂ ਕੇ ਸ਼ਬਦ ਨਾਲ ਸਾਂਝ ਪਾਉਣੀ। ਸਾਰੇ ਪਿਆਰ ਨਾਲ ਬੈਠੋ, ਚੌਂਕੜਾ ਮਾਰ ਕੇ, ਧਿਆਨ ਲਾ ਕੇ। ਔਰ ਕੋਈ ਵੀ ਐਸੀ ਰਸਨਾ ਨਾ ਹੋਵੇ ਜਿਹਦੀ ਰਸਨਾ ਵਿੱਚ, ਜਿਹਨੂੰ ਰੱਬ ਨੇ ਆਵਾਜ਼ ਦਿੱਤੀ ਹੋਵੇ ਤੇ ਉਹਦੀ ਆਵਾਜ਼ ਨਾ ਆਵੇ। ਸਾਰਿਆਂ ਦੀ ਆਵਾਜ਼ ਗੁਰੂ ਕੇ ਸ਼ਬਦ ਵਿੱਚ ਆਉਣੀ ਚਾਹੀਦੀ ਹੈ। ਵਾਹਿਗੁਰੂ 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 ਸੋ ਸਾਧ ਸੰਗਤ ਜੀ, ਇੰਨਾ ਸਮਾਂ ਆਪ ਜੀ ਨੇ ਪ੍ਰਵਾਨ ਕਰ ਲੈਣਾ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।